प्यार भरी सत श्री अकाल। जस्ट ट्यूटर चैनल ते तुहाडा सारिਆਂ ਦਾ स्वागत है। ਅੱਜ ਦੀ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ ਇੱਕ ਐਸੇ ਕੰਪੀਟੀਸ਼ਨ ਦੇ ਬਾਰੇ ਜਿਸ ਦੇ ਬਾਰੇ ਸਟੂਡੈਂਟ ਬਹੁਤ ਘੱਟ ਜਾਣਦੇ ਨੇ। ਈਵਨ ਕਿ ਜਿਹੜੇ ਪੇਰੈਂਟਸ ਨੇ ਉਹ ਵੀ ਇਸ ਕੰਪੀਟੀਸ਼ਨ ਦੇ ਵਿੱਚ ਭਾਗ ਲੈ ਸਕਦੇ ਨੇ, ਉਹਨਾਂ ਨੂੰ ਵੀ ਇਸ ਗੱਲ ਦੀ ਜਿਹੜੀ ਜਾਣਕਾਰੀ ਹਜੇ ਤੱਕ ਨਹੀਂ। ਇਹਦੇ ਬਾਰੇ ਡਿਟੇਲ ਦੇ ਵਿੱਚ ਜਿਹੜੀ ਵੀਡੀਓ ਮੈਂ ਇੱਕ ਪਹਿਲਾਂ ਬਣਾ ਚੁੱਕਿਆ, ਜਿਸ ਦੇ ਵਿੱਚ ਸਾਰਾ ਜਿਹੜਾ ਇਹਦੇ ਵਿੱਚ ਡਿਟੇਲ ਦੱਸੀ ਗਈ ਆ। ਤੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਡਿਸਕਸ ਕਰਾਂਗੇ ਇਸ ਬੁੱਕ ਦੇ ਵਿੱਚੋਂ ਆਉਣ ਵਾਲੇ 100 ਜਿਹੜੇ ਇੰਪੋਰਟੈਂਟ ਟੌਪਿਕ ਜਾਂ ਇੰਪੋਰਟੈਂਟ ਕੁਐਸਚਨ ਜਿਹੜੇ ਨੇ ਉਹ ਅਸੀਂ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ। पर फिर भी ਜਿਹੜੇ ਸਟੂਡੈਂਟ ਜਾਂ ਪੇਰੈਂਟਸ ਪਹਿਲੀ ਵਾਰ ਇਹ ਵੀਡੀਓ ਦੇਖ ਰਹੇ ਨੇ ਉਹਨਾਂ ਲਈ ਸੰਖੇਪ ਦੀ ਜਾਣਕਾਰੀ ਮੈਂ ਦੇ ਦਿੰਦਾ ਕਿ ਇਹ ਜਿਹੜਾ ਕੰਪੀਟੀਸ਼ਨ ਹੈ ਇਹ ਪ੍ਰਬੁੱਧ ਭਾਰਤ ਫਾਊਂਡੇਸ਼ਨ ਫਗਵਾੜਾ ਵੱਲੋਂ ਕਰਾਇਆ ਜਾਂਦਾ। ਹਰ ਸਾਲ ਇਹ ਜਿਹੜਾ ਕੰਪੀਟੀਸ਼ਨ ਕਰਵਾਇਆ ਜਾਂਦਾ। ਹੁਣ ਤੱਕ ਜਿਹੜੇ ਨੇ 13 ਕੰਪੀਟੀਸ਼ਨ ਆਰਗੇਨਾਈਜ਼ ਕਰ ਚੁੱਕੇ ਨੇ ਤੇ ਇਹ 14ਵਾਂ ਕੰਪੀਟੀਸ਼ਨ ਜਿਹੜਾ ਕਰਵਾਇਆ ਜਾ ਰਿਹਾ। ਇਹ 27 ਅਗਸਤ ਦਿਨ ਐਤਵਾਰ ਨੂੰ ਇਹ ਕਰਵਾਇਆ ਜਾ ਰਿਹਾ ਪੂਰੇ ਪੰਜਾਬ ਦੇ ਵਿੱਚ। ਇਹਦੀ ਜਿਹੜੀ ਪਹਿਲੀ ਰਾਸ਼ੀ ਹੋਊਗੀ, ਪਹਿਲਾ ਇਨਾਮ ਜਿਹੜਾ ਹੋਊਗਾ 50,000, ਦੂਜਾ ਇਨਾਮ 30,000, ਤੀਜਾ ਇਨਾਮ 10,000 ਹੋਊਗਾ ਇਹਦੇ ਵਿੱਚ। ਤੇ ਮੈਰਿਟ ਵਿੱਚ ਆਉਣ ਵਾਲੇ ਜਿਹੜੇ 250 ਸਟੂਡੈਂਟ ਹੋਣਗੇ ਪਹਿਲਾਂ ਉਹਨਾਂ ਨੂੰ 1000 ਰੁਪਏ ਦੇ ਇਨਾਮ ਸਰਟੀਫਿਕੇਟ ਅਤੇ ਬਾਬਾ ਸਾਹਿਬ ਦੇ ਸਰੂਪ ਦੇ ਨਾਲ ਸਨਮਾਨਿਤ ਜ਼ਰੂਰ ਕੀਤਾ ਜਾਵੇਗਾ। ਹੁਣ ਆਪਾਂ ਦੇਖ ਲੈਂਦੇ ਹਾਂ ਥੋੜੀ ਜਿਹੀ ਡਿਟੇਲ ਇਹਦੇ ਵਿੱਚ ਵੀ ਕੌਣ-ਕੌਣ ਇਹਦੇ ਵਿੱਚ ਜਿਹੜਾ ਪਾਰਟਿਸਿਪੇਟ ਕਰ ਸਕਦਾ। ਇਹਦੇ ਵਿੱਚ ਦੋ ਵਰਗ ਜਿਹੜੇ ਬਣਾਏ ਗਏ ਨੇ, ਇੱਕ ਪਹਿਲਾ ਵਰਗ ਤੇ ਇੱਕ ਦੂਜਾ ਵਰਗ। ਪਹਿਲੇ ਵਰਗ ਦੇ ਵਿੱਚ ਦੇਖੋ 6ਵੀਂ ਤੋਂ +2 ਤੱਕ ਦੇ ਯਾਨੀ ਓਬਵੀਅਸਲੀ ਸਟੂਡੈਂਟ ਜਿਹੜੇ ਇਹਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਨੇ। ਤੇ +2 ਤੋਂ ਬਾਅਦ ਦੀਆਂ ਕਲਾਸਾਂ ਤੋਂ 40 ਸਾਲ ਦੀ ਉਮਰ ਤੱਕ ਕੋਈ ਵੀ ਇਸ ਦੇ ਵਿੱਚ ਜਿਹੜਾ ਪਾਰਟਿਸਿਪੇਟ ਕਰ ਸਕਦਾ। ਹਰ ਵਰਗ ਦੇ ਵਿੱਚ ਜਿਹੜਾ ਇਨਾਮ ਜਿਹੜਾ ਸੇਮ ਹੈ, ਯਾਨੀ ਪਹਿਲੇ ਵਰਗ ਦੇ ਵਿੱਚ ਜਿਹੜੇ ਸਟੂਡੈਂਟ ਪਾਰਟਿਸਿਪੇਟ ਕਰਨਗੇ ਉਹਨਾਂ ਦੇ ਵਿੱਚ ਵੀ 50,000 ਪਹਿਲੇ ਨੰਬਰ ਵਾਲੇ ਨੂੰ, ਦੂਜਾ ਇਨਾਮ 20,000, ਤੀਜੇ ਨੂੰ 10,000। ਏਦਾਂ ਹੀ ਫਿਰ ਜਿਹੜੇ +2 ਤੋਂ ਬਾਅਦ ਜਿਹੜੇ ਉੱਪਰ ਪਾਰਟਿਸਿਪੇਟ ਕਰਨਗੇ ਉਹਨਾਂ ਦੇ ਵਿੱਚੋਂ ਵੀ ਜਿਹੜਾ ਇਨਾਮ ਜਿਹੜਾ ਉਹ ਸੇਮ ਹੈ 50,000, 20,000 ਤੇ 10,000। ਯਾਨੀ ਇਹਦੇ ਵਿੱਚ ਤੁਸੀਂ ਇਸ ਗੱਲ ਤੇ ਕਨਫਿਊਜ਼ ਨਹੀਂ ਹੋਣਾ। ਜਿਹੜੇ ਸਟੂਡੈਂਟ ਨੇ ਇਹਨਾਂ ਦਾ ਅਲੱਗ ਕੰਪੀਟੀਸ਼ਨ ਇੱਕ ਤਰੀਕੇ ਦਾ, ਐਂਡ ਜਿਹੜੇ +2 ਤੋਂ ਬਾਅਦ ਜਿਹੜੇ 40 ਸਾਲ ਦੀ ਉਮਰ ਤੱਕ ਵਾਲੇ ਨੇ ਇਹਨਾਂ ਦਾ ਇੱਕ ਅਲੱਗ ਕੰਪੀਟੀਸ਼ਨ ਹੈ। ਪੇਪਰ ਸੇਮ ਡੇਟ ਨੂੰ ਹੈ ਸਾਰਾ ਕੁਝ। ਇਸ ਸੰਬੰਧੀ ਜਿਹੜੀ ਤੁਸੀਂ ਹੋਰ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਹ ਨੰਬਰ ਵੀ ਦਿੱਤੇ ਹੋਏ ਨੇ ਜਿਨ੍ਹਾਂ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਇਹਦਾ ਫਾਰਮ ਕਿਵੇਂ ਭਰਨਾ ਹੈ। ਦੇਖੋ ਸਟੂਡੈਂਟ, ਇਸ ਤਰੀਕੇ ਦਾ ਜਿਹੜਾ ਇੱਕ ਫਾਰਮ ਹੈ ਉਹ ਬੁੱਕ ਦੇ ਬੈਕ ਸਾਈਡ ਲਾਸਟ ਦੇ ਵਿੱਚ ਦਿੱਤਾ ਹੋਇਆ ਪੇਜ। ਇਹ ਫਾਰਮ ਨੂੰ ਤੁਸੀਂ ਉਦੋਂ ਹੀ ਭਰਨਾ ਹੈ ਜਦੋਂ ਤੁਸੀਂ ਐਗਜ਼ਾਮ ਦੇਣ ਜਾਣਾ। ਤੁਸੀਂ ਇਸ ਨੂੰ ਆਪਣੀ ਬੁੱਕ ਦੇ ਵਿੱਚੋਂ ਫਾੜਨਾ ਨਹੀਂ, ਇਸੇ ਤਰੀਕੇ ਦੇ ਨਾਲ ਇਹਦੇ ਨਾਲ ਲੱਗਿਆ ਰਹਿਣ ਦੇਣਾ। ਇੱਥੇ ਤੁਹਾਡਾ ਨਾਮ ਲਿਖਿਆ ਜਾਊਗਾ, ਪਿਤਾ ਦਾ ਨਾਮ, ਫੋਨ ਨੰਬਰ, ਸੈਂਟਰ ਦਾ ਨੇਮ, ਤਹਿਸੀਲ, ਜ਼ਿਲ੍ਹਾ, ਲੜਕਾ ਜਾਂ ਲੜਕੀ, ਕਲਾਸ ਤੇ ਤੁਹਾਡਾ ਪੂਰਾ ਪਤਾ। ਇਹ ਫਾਰਮ ਤੁਸੀਂ ਪਹਿਲਾਂ ਭਰ ਕੇ ਨਹੀਂ ਰੱਖਣਾ। ਜਦੋਂ ਤੁਸੀਂ ਸੈਂਟਰ ਦੇ ਵਿੱਚ ਜਾਓਗੇ ਤੁਹਾਡਾ ਸੈਂਟਰ ਅਲਾਟ ਕਰ ਦਿੱਤਾ ਜਾਊਗਾ। ਫਿਰ ਤੁਸੀਂ ਇਹ ਫਾਰਮ ਜਿਹੜਾ ਉੱਥੇ ਨਾਲ ਲੈ ਕੇ ਜਾਣਾ ਔਰ ਉੱਥੇ ਹੀ ਬੁੱਕ ਦੇ ਵਿੱਚੋਂ ਉਹਨਾਂ ਨੇ ਆਪ ਹੀ ਫਾੜ ਕੇ ਤੁਹਾਡਾ ਉੱਥੇ ਤੁਹਾਡੇ ਸਾਹਮਣੇ ਜਿਹੜਾ ਫਾਰਮ ਭਰ ਦੇਣਾ। ਫਿਰ ਤੁਸੀਂ ਉੱਥੇ ਪੇਪਰ ਦੇ ਸਕਦੇ ਹੋ। ਬੁੱਕ ਦਾ ਤੁਹਾਨੂੰ ਮੈਂ ਪ੍ਰਾਈਸ ਦੱਸ ਦਿੰਦਾ ਇੱਥੇ ਕਿੰਨਾ। ਸਿਰਫ 50 ਰੁਪਏ ਦੀ ਇਹ ਬੁੱਕ ਹੈ। ਤੁਸੀਂ ਜਿੱਥੇ ਵੀ ਰਹਿੰਦੇ ਹੋ, ਫਰਜ਼ ਕਰੋ ਤੁਸੀਂ ਕੋਈ ਫਿਰੋਜ਼ਪੁਰ ਰਹਿੰਦਾ, ਕੋਈ ਪਟਿਆਲਾ ਰਹਿੰਦਾ, ਕੋਈ ਲੁਧਿਆਣੇ ਰਹਿੰਦਾ, ਕੋਈ ਅੰਮ੍ਰਿਤਸਰ ਰਹਿੰਦਾ, ਤੁਸੀਂ ਪੰਜਾਬ ਦੇ ਜਿਸ ਵੀ ਜ਼ਿਲ੍ਹੇ ਵਿੱਚ ਰਹਿੰਦੇ ਹੋ ਹਰ ਇੱਕ ਜ਼ਿਲ੍ਹੇ ਦੇ ਜਿਹੜੇ ਸੈਂਟਰ ਇੰਚਾਰਜ ਬਣੇ ਹੋਏ ਨੇ। ਜਿਵੇਂ ਪਟਿਆਲੇ ਦੇ ਨੇ, ਪਟਿਆਲੇ ਦੇ ਅਲੱਗ ਇੰਚਾਰਜ ਨੇ, ਜਲੰਧਰ ਦੇ ਅਲੱਗ ਨੇ, ਬਠਿੰਡੇ ਦੇ ਅਲੱਗ ਨੇ, ਰੂਪਨਗਰ ਦੇ ਅਲੱਗ ਨੇ। ਹਰੇਕ ਜ਼ਿਲ੍ਹੇ ਦੇ ਵੀ ਇੱਕ ਸੈਂਟਰ ਇੰਚਾਰਜ ਜਿਹੜੇ ਬਣੇ ਹੋਏ ਨੇ। ਡਿਸਕ੍ਰਿਪਸ਼ਨ ਦੇ ਵਿੱਚ WhatsApp ਦਾ ਜਿਹੜਾ ਗਰੁੱਪ ਦਿੱਤਾ ਹੋਇਆ, ਤੁਸੀਂ ਉਸ ਨੂੰ ਜੁਆਇਨ ਕਰ ਲਓ ਤੇ ਉਸ ਦੇ ਵਿੱਚ ਤੁਹਾਨੂੰ ਆਪਣੇ ਡਿਸਟ੍ਰਿਕਟ ਦੇ ਜਿਹੜੇ ਕੰਟੈਕਟ ਨੇ, ਡਿਸਟ੍ਰਿਕਟ ਇੰਚਾਰਜ ਦੇ ਕੰਟੈਕਟ ਨੰਬਰ ਨੇ, ਉਹ ਤੁਹਾਨੂੰ ਉੱਥੇ ਮਿਲ ਜਾਣਗੇ। ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਆਪਣੀ ਬੁੱਕ ਜਿਹੜੀ ਉਹ ਮੰਗਵਾ ਸਕਦੇ ਹੋ। ਇਸ ਤੋਂ ਇਲਾਵਾ ਜੇ ਅਸੀਂ ਪੇਪਰ ਦੀ ਗੱਲ ਕਰੀਏ, ਪੇਪਰ ਹੋਏਗਾ ਕਿੱਥੇ, ਤਾਂ ਜਿੱਥੇ ਵੀ ਤੁਸੀਂ ਰਹਿੰਦੇ ਹੋ। ਜੇ ਜਲੰਧਰ ਰਹਿੰਦੇ ਹੋ ਤਾਂ ਜਲੰਧਰ ਦੇ ਵਿੱਚ ਸੈਂਟਰ ਬਣਨਗੇ। ਜੇ ਤੁਸੀਂ ਪਟਿਆਲੇ ਰਹਿ ਰਹੇ ਹੋ ਤਾਂ ਪਟਿਆਲੇ ਦੇ ਵਿੱਚ ਆਪਣੇ ਅਲੱਗ ਸੈਂਟਰ ਬਣਨਗੇ। ਯਾਨੀ ਹਰੇਕ ਡਿਸਟ੍ਰਿਕਟ ਦੇ ਵਿੱਚ ਆਪਣੇ ਅਲੱਗ-ਅਲੱਗ ਸੈਂਟਰ ਜਿਹੜੇ ਇਹ ਬਣਾਏ ਜਾਣਗੇ। ਇਸ ਦੇ ਤੁਹਾਨੂੰ ਕਿਤੇ ਵੀ ਅਲੱਗ ਕਿਤੇ ਜਾਣ ਦੀ ਲੋੜ ਨਹੀਂ, ਤੁਸੀਂ ਆਪਣੇ ਡਿਸਟ੍ਰਿਕਟ ਦੇ ਵਿੱਚ ਹੀ ਰਹਿਣਾ। ਤੇ ਸੈਂਟਰਾਂ ਦੀ ਜਿਹੜੀ ਲਿਸਟ ਹੈ ਤਕਰੀਬਨ 5 ਜਾਂ 7 ਦਿਨ ਪਹਿਲਾਂ, ਜਿਹੜੀ ਪੇਪਰ ਦੇ ਐਗਜ਼ਾਮ ਤੋਂ ਪਹਿਲਾਂ ਇਹ ਆ ਜਾਏਗੀ। ਅਸੀਂ ਤੁਹਾਨੂੰ ਵੀਡੀਓ ਪਾ ਕੇ ਵੀ ਦੱਸ ਦਾਂਗੇ ਤੇ ਤੁਹਾਡੇ ਤੱਕ ਜਿਹੜੀ ਹੈ ਮੈਸੇਜ ਵੀ ਉੱਥੇ ਪਹੁੰਚ ਜਾਏਗਾ ਤੁਹਾਡੇ ਤੱਕ ਤੇ ਕਿਹੜਾ ਸੈਂਟਰ ਜਿਹੜਾ ਤੁਹਾਡੇ ਡਿਸਟ੍ਰਿਕਟ ਦੇ ਵਿੱਚ ਬਣਾਇਆ ਗਿਆ। ਸੋ ਚਲੋ ਜੀ ਫਿਰ ਸਟਾਰਟ ਕਰਦੇ ਹਾਂ ਅੱਜ ਦੇ 100+ ਇੰਪੋਰਟੈਂਟ ਕੁਐਸਚਨ ਇਸ ਬੁੱਕ ਦੇ ਵਿੱਚੋਂ। ਸਟਾਰਟ ਅਸੀਂ ਕਰਾਂਗੇ ਇਸ ਬੁੱਕ ਦੇ ਵਿੱਚੋਂ ਪਹਿਲਾਂ ਡਾਕਟਰ ਅੰਬੇਦਕਰ ਦੇ ਜੀਵਨ ਦੀਆਂ ਪ੍ਰਮੁੱਖ ਘਟਨਾਵਾਂ ਤਰਤੀਬਵਾਰ। ਦੇਖੋ ਪਹਿਲਾਂ ਅਸੀਂ ਦੇਖਣਾ 1800 ਵਾਲੀਆਂ ਘਟਨਾਵਾਂ। 1848 ਦੇ ਵਿੱਚ ਡਾਕਟਰ ਅੰਬੇਦਕਰ ਜੀ ਦੇ ਪਿਤਾ ਜੀ ਦਾ ਜਨਮ ਹੁੰਦਾ। ਇਹਨਾਂ ਦੇ ਪਿਤਾ ਜੀ ਦਾ ਨਾਮ ਸੀਗਾ ਰਾਮ ਜੀ ਮਾਲੋਜੀ ਸਕਪਾਲ। ਨੈਕਸਟ ਦੇਖੋ 1891 ਦੇ ਵਿੱਚ 14 ਅਪ੍ਰੈਲ 1891 ਅੰਬੇਦਕਰ ਜੀ ਦਾ ਜਨਮ ਜਿਹੜਾ ਸੀਗਾ ਉਹ 14 ਅਪ੍ਰੈਲ 1891 ਈਸਵੀ ਨੂੰ ਹੁੰਦਾ। ਮੱਧ ਪ੍ਰਦੇਸ਼ ਦੇ ਵਿੱਚ ਮਹੂ ਜਿਹੜਾ ਪਿੰਡ ਆ ਉੱਥੇ ਇਹਨਾਂ ਦਾ ਜਨਮ ਹੁੰਦਾ। ਯਾਨੀ ਦੇਖੋ ਜਿਹੜੀ ਸਟੇਟ ਆ ਉਹ ਵੀ ਮੱਧ ਪ੍ਰਦੇਸ਼ ਹੈ ਤੇ ਪਿੰਡ ਦਾ ਨਾਮ ਵੀ ਜਿਹੜਾ ਮੌ ਤੋਂ ਸ਼ੁਰੂ ਹੁੰਦਾ, ਮਹੂ। ਪਿਤਾ ਜੀ ਦਾ ਨਾਮ ਹੋਏ ਰਾਮ ਜੀ ਸਕਪਾਲ। ਇਹ ਸੂਬੇਦਾਰ ਸੀਗੇ, ਇਹਨਾਂ ਦੇ ਅੱਗੇ ਸੂਬੇਦਾਰ ਲੱਗਦਾ, ਸੂਬੇਦਾਰ ਰਾਮ ਜੀ ਸਕਪਾਲ।
ਅਤੇ ਮਾਤਾ ਜੀ ਦਾ ਨਾਮ ਸੀਗਾ ਭੀਮਾ ਬਾਈ। ਇਹ 14ਵੀਂ ਸੰਤਾਨ ਸੀ ਇਹਨਾਂ ਦੇ। ਇਹ ਵੀ ਕਈ ਵਾਰ ਕੁਐਸਚਨ ਚ ਆ ਜਾਂਦਾ ਵੀ ਕਿੰਨਵੀਂ ਸੰਤਾਨ ਨੇ, 14ਵੀਂ ਸੰਤਾਨ ਨੇ। ਦੇਖੋ ਇੱਥੇ ਵੀ ਤੁਸੀਂ ਯਾਦ ਰੱਖ ਸਕਦੇ ਹੋ ਸੰਤਾਨ ਵੀ 14ਵੀਂ ਹੈ ਤੇ ਜਨਮ ਦੀ ਡੇਟ ਵੀ ਜਿਹੜਾ 14 ਅਪ੍ਰੈਲ ਹੀ ਹੈ। ਨੈਕਸਟ ਹੈਗਾ 1894 ਈਸਵੀ ਦੇ ਵਿੱਚ ਜਿਹੜੇ ਇਹਨਾਂ ਦੇ ਪਿਤਾ ਜੀ ਸੀਗੇ ਸੂਬੇਦਾਰ ਰਾਮ ਜੀ ਸਕਪਾਲ, ਇਹ ਫੌਜ ਦੇ ਵਿੱਚੋਂ ਰਿਟਾਇਰ ਹੁੰਦੇ ਨੇ। 1896 ਈਸਵੀ ਦੇ ਵਿੱਚ ਯਾਨੀ 2 ਸਾਲ ਬਾਅਦ ਹੀ ਇਹਨਾਂ ਦੀ ਇਹਦਾ ਮਾਤਾ ਜੀ ਦਾ ਦੇਹਾਂਤ ਜਿਹੜਾ ਹੋ ਜਾਂਦਾ ਹੈ। ਇਹਨਾਂ ਦੀ ਮਾਤਾ ਜੀ ਦਾ ਦੇਹਾਂਤ ਹੋ ਜਾਂਦਾ ਡਾਕਟਰ ਅੰਬੇਦਕਰ ਜੀ ਦੀ। 17 ਵਿਖੇ ਇਹਨਾਂ ਦਾ ਜਿਹੜਾ ਦੇਹਾਂਤ ਹੁੰਦਾ 17 ਨਾਮਕ ਸਥਾਨ ਦੇ ਉੱਪਰ। 1898 ਈਸਵੀ ਦੇ ਵਿੱਚ ਸੂਬੇਦਾਰ ਰਾਮ ਜੀ ਸਕਪਾਲ ਨੇ ਜੀਜਾ ਬਾਈ ਨਾਲ ਸ਼ਾਦੀ ਕਰਵਾਈ, ਯਾਨੀ ਇਹਨਾਂ ਦਾ ਦੂਜਾ ਵਿਆਹ ਹੋਇਆ ਸੀਗਾ। ਫਿਰ ਉਹਨਾਂ ਨਾਮ ਸੀਗਾ ਜੀਜਾ ਬਾਈ। ਇਹ 1800 ਵਾਲੀਆਂ ਇਹ ਜਿਹੜੀ ਘਟਨਾਵਾਂ ਸੀਗੀਆਂ 1800 ਸੰਨ ਵਾਲੀ ਸੀਗੀਆਂ। ਹੁਣ ਅਸੀਂ ਦੇਖਦੇ ਹਾਂ ਅੱਗੇ 1900 ਵਾਲੀ। ਡਾਕਟਰ ਅੰਬੇਦਕਰ ਜੀ ਨੇ ਨਵੰਬਰ 1900 ਦੇ ਵਿੱਚ ਸਰਕਾਰੀ ਹਾਈ ਸਕੂਲ 17 ਵਿਖੇ ਦਾਖਲਾ ਲਿਆ। ਐਲਫਿੰਸਟਨ ਹਾਈ ਸਕੂਲ ਬੰਬਈ ਵਿਖੇ ਇਹਨਾਂ ਨੇ ਫਿਰ ਦਾਖਲਾ ਲਿਆ। 1904 ਦੇ ਵਿੱਚ ਇਹਨਾਂ ਨੇ ਐਲਫਿੰਸਟਨ ਹਾਈ ਸਕੂਲ ਬੰਬੇ ਵਿਖੇ ਇਹਨਾਂ ਨੇ ਦਾਖਲਾ ਲਿਆ। ਫਿਰ ਅਗਲਾ 1907 ਦੇ ਵਿੱਚ ਇਹਨਾਂ ਨੇ 750 ਦੇ ਵਿੱਚੋਂ 382 ਅੰਕ ਪ੍ਰਾਪਤ ਕਰਕੇ 10ਵੀਂ ਪਾਸ ਕੀਤੀ ਸੀ। ਗੋਪਾਲ ਬਾਬਾ ਵਲੰਗਰਕਰ ਇਹਨਾਂ ਦਾ ਜਿਹੜਾ ਵਿਆਹ ਸੀਗਾ ਉਹ ਕਿਹਦੇ ਨਾਲ ਹੋਇਆ? ਗੋਪਾਲ ਬਾਬਾ ਵਲੰਕਰ ਦੀ ਰਿਸ਼ਤੇਦਾਰੀ ਵਿੱਚੋਂ ਭਿੱਖੂ ਵਲੰਕਰ ਦੀ ਪੁੱਤਰੀ ਰਾਮਾ ਬਾਈ ਨਾਲ ਇਹਨਾਂ ਦਾ ਜਿਹੜਾ ਵਿਆਹ ਹੋਇਆ। ਇੱਥੇ ਤੁਸੀਂ ਇਹ ਯਾਦ ਰੱਖਣਾ ਜਿਹੜੀ ਰਿਸ਼ਤੇਦਾਰੀ ਸੀਗੀ ਉਹ ਗੋਪਾਲ ਬਾਬਾ ਵਲੰਕਰ ਕਰਦੀ ਸੀ ਤੇ ਪੁੱਤਰੀ ਜਿਹੜੀ ਰਾਮਾ ਬਾਈ ਜਿਹੜੇ ਇਹਨਾਂ ਦੀ ਪਤਨੀ ਦਾ ਨਾਮ ਸੀਗਾ ਡਾਕਟਰ ਅੰਬੇਦਕਰ ਜੀ ਦੀ, ਤੇ ਕਿਹਨਾਂ ਦੀ ਬੇਟੀ ਸੀ? ਭਿੱਖੂ ਵਲੰਕਰ ਦੀ। 1908 ਜਨਵਰੀ ਦੇ ਵਿੱਚ ਸ਼੍ਰੀ ਐਸ.ਕੇ. ਬੋਲੇ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸ਼੍ਰੀ ਐਸ.ਕੇ. ਇਹਨਾਂ ਨੂੰ ਦਾਦਾ ਵੀ ਕਿਹਾ ਜਾਂਦਾ ਸੀ, ਕੈਲੂਸਕਰ ਗੁਰੂ ਜੀ ਦੀ ਦੁਆਰਾ ਗੌਤਮ ਬੁੱਧ ਬਾਰੇ ਬੁੱਧ ਚਰਿੱਤਰ ਨਾਂ ਦੀ ਪੁਸਤਕ ਭੇਂਟ ਕਰਕੇ ਭੀਮ ਜੀ ਦਾ ਸਨਮਾਨ ਕੀਤਾ ਗਿਆ। ਫਿਰ 1908 ਵਿੱਚ ਹੀ ਐਲਫਿੰਸਟਨ ਕਾਲਜ ਬੰਬੇ ਵਿੱਚ ਦਾਖਲਾ ਲਿਆ। ਇੱਥੇ ਤੁਸੀਂ ਜੀ ਯਾਦ ਰੱਖਣੀ ਹੈ ਬਸ। 1904 ਦੇ ਵਿੱਚ ਦੇਖੋ ਉਹਨਾਂ ਨੇ ਐਲਫਿੰਸਟਨ ਨਾਮਕ ਜਿਹੜਾ ਹਾਈ ਸਕੂਲ ਦੇ ਵਿੱਚ ਦਾਖਲਾ ਲਿਆ ਬੰਬੇ ਦੇ ਵਿੱਚ, ਤੇ 1908 ਦੇ ਵਿੱਚ ਯਾਨੀ 4 ਸਾਲ ਬਾਅਦ ਹੀ ਇਹਨਾਂ ਨੇ ਕਾਲਜ ਦੇ ਵਿੱਚ ਦਾਖਲਾ ਲਿਆ ਐਲਫਿੰਸਟਨ ਨਾਮਕ ਦੇ ਵਿੱਚ। ਵਿਆਹ ਹੁੰਦਾ ਦੇਖੋ ਇਹਨਾਂ ਦਾ 1907 ਦੇ ਵਿੱਚ ਤੇ 12 ਦਸੰਬਰ 1912 ਦੇ ਵਿੱਚ ਹੀ ਇਹਨਾਂ ਦੇ ਬੇਟੇ ਇਹਨਾਂ ਦੇ ਘਰ ਇੱਕ ਪੁੱਤਰ ਦਾ ਜਨਮ ਹੁੰਦਾ ਜਿਸ ਦਾ ਨਾਮ ਰੱਖਿਆ ਗਿਆ ਯਸ਼ਵੰਤ। ਡੇਟ ਤੁਸੀਂ ਬੜੀ ਸੌਖੀ ਜਿਹੀ ਯਾਦ ਰੱਖ ਲੈਣੀ ਹੈ 12 ਦਸੰਬਰ 1912 ਯਾਨੀ ਤਰੀਕ ਵੀ 12, ਮਹੀਨਾ ਵੀ 12ਵਾਂ ਤੇ ਸੰਨ ਵੀ 1912। ਇਹਨਾਂ ਨੇ ਫਾਰਸੀ ਅਤੇ ਅੰਗਰੇਜ਼ੀ ਵਿਸ਼ਿਆਂ ਦੇ ਨਾਲ BA ਪਾਸ ਕੀਤੀ। 1912 ਦੇ ਵਿੱਚ ਹੀ ਡਾਕਟਰ ਅੰਬੇਦਕਰ ਜੀ ਨੇ ਫਾਰਸੀ ਅਤੇ ਅੰਗਰੇਜ਼ੀ ਵਿਸ਼ਿਆਂ ਦੇ ਨਾਲ ਆਪਣੀ BA ਜਿਹੜੀ ਆ ਉਹ ਪਾਸ ਕੀਤੀ। 1913 ਦੇ ਵਿੱਚ ਫਰਵਰੀ 2 ਤਰੀਕ ਨੂੰ, ਯਾਨੀ ਦੇਖੋ ਤਰੀਕ ਵੀ 2, ਮਹੀਨਾ ਵੀ ਦੂਜਾ ਤੇ ਸੰਨ 1913 ਬੰਬੇ ਵਿਖੇ ਇਹਨਾਂ ਦੇ ਪਿਤਾ ਸੂਬੇਦਾਰ ਰਾਮ ਜੀ ਮਾਲੋਜੀ ਅੰਬੇਦਕਰ ਦਾ ਦੇਹਾਂਤ ਹੋ ਜਾਂਦਾ ਹੈ। ਜੁਲਾਈ 1913 ਯਾਨੀ 7ਵਾਂ ਮਹੀਨਾ ਸੰਨ 1913 ਦੇ ਵਿੱਚ ਪੋਲੀਟੀਕਲ ਸਾਇੰਸ ਵਿਸ਼ੇ ਦੇ ਵਿੱਚ ਕੋਲੰਬੀਆ ਯੂਨੀਵਰਸਿਟੀ ਨਿਊਯਾਰਕ ਵਿਖੇ ਪੜ੍ਹਾਈ ਲਈ ਮਹਾਰਾਜਾ ਬੜੌਦਾ ਸਿਆਜੀ ਰਾਓ ਗਾਇਕਵਾੜ ਵੱਲੋਂ ਵਜ਼ੀਫਾ ਦੇ ਕੇ ਅਮਰੀਕਾ ਭੇਜਿਆ ਗਿਆ। ਯੂਨੀਵਰਸਿਟੀ ਦਾ ਨਾਮ ਸੀਗਾ ਕੋਲੰਬੀਆ ਯੂਨੀਵਰਸਿਟੀ ਨਿਊਯਾਰਕ, ਤੇ ਨਿਊਯਾਰਕ ਕਿੱਥੇ ਪੈਂਦਾ ਆਪਾਂ ਸਾਰਿਆਂ ਨੂੰ ਪਤਾ ਹੈ, ਅਮਰੀਕਾ ਦੇ ਵਿੱਚ। ਵਜ਼ੀਫਾ ਕਿਹਨਾਂ ਨੇ ਦਿੱਤਾ ਸੀਗਾ? ਮਹਾਰਾਜਾ ਬੜੌਦਾ ਸਿਆਜੀ ਰਾਓ ਗਾਇਕਵਾੜ। ਨੈਕਸਟ ਫਿਰ 5 ਜੂਨ 1915 ਯਾਨੀ 5 ਤਰੀਕ 6ਵਾਂ ਮਹੀਨਾ ਸੰਨ 1915 ਅਰਥ ਸ਼ਾਸਤਰ, ਸਮਾਜਿਕ ਵਿਗਿਆਨ, ਇਤਿਹਾਸ, ਫਿਲਾਸਫੀ, ਮਾਨਵ ਵਿਗਿਆਨ ਅਤੇ ਰਾਜਨੀਤੀ ਵਿਸ਼ਿਆਂ ਦੇ ਨਾਲ MA ਦੀ ਡਿਗਰੀ ਇਹਨਾਂ ਨੇ ਪ੍ਰਾਪਤ ਕੀਤੀ। ਮਈ 1916 ਦੇ ਵਿੱਚ ਪ੍ਰੋਫੈਸਰ AA ਗੋਲਡਨ ਵੇਜ਼ਰ ਦੇ ਮਾਨਵ ਵਿਗਿਆਨ ਸੈਮੀਨਾਰ ਦੇ ਵਿੱਚ ਭਾਰਤ ਵਿੱਚ ਜਾਤਾਂ ਵਿਸ਼ੇ ਤੇ ਕੋਲੰਬੀਆ ਯੂਨੀਵਰਸਿਟੀ ਵਿਖੇ ਪੇਪਰ ਪੜ੍ਹਿਆ। ਆਪਾਂ ਨੂੰ ਕੁਐਸਚਨ ਏਦਾਂ ਹੀ ਪੁੱਛਿਆ ਜਾ ਸਕਦਾ ਵੀ ਜਿਹੜਾ ਭਾਰਤ ਵਿੱਚ ਜਾਤਾਂ ਪੇਪਰ ਪੜ੍ਹਿਆ ਸੀ ਕਿੱਥੇ ਪੜ੍ਹਿਆ? ਕੋਲੰਬੀਆ ਯੂਨੀਵਰਸਿਟੀ ਵਿਖੇ, ਜੋ ਇੰਡੀਅਨ ਇਨਕੁਆਰੀ ਵਿੱਚ ਮਈ 1917 ਨੂੰ ਛਪਿਆ। ਇਹ ਪੇਪਰ ਕਿੱਥੇ ਛਪਿਆ? ਫਿਰ ਇੰਡੀਅਨ ਇਨਕੁਆਰੀ ਦੇ ਵਿੱਚ ਛਪਿਆ। ਕਦੋਂ ਛਪਿਆ? ਮਈ 1917 ਦੇ ਵਿੱਚ। ਅੰਬੇਦਕਰ ਜੀ ਦਾ ਪਹਿਲਾ ਲਿਖਤੀ ਦਸਤਾਵੇਜ਼ ਸੀ ਜੋ ਕਿਤਾਬ ਦੇ ਰੂਪ ਵਿੱਚ ਦੁਬਾਰਾ ਵੀ ਛਪਿਆ। ਕੁਐਸਚਨ ਏਦਾਂ ਹੀ ਪੁੱਛਿਆ ਜਾ ਸਕਦਾ ਕਿਹੜਾ ਦਸਤਾਵੇਜ਼ ਸੀ ਜੋ ਕਿਤਾਬ ਦੇ ਰੂਪ ਵਿੱਚ ਦੁਬਾਰਾ ਛਪਿਆ? ਸੋ ਪੇਪਰ ਦਾ ਨਾਮ ਸੀਗਾ ਉਹਨਾਂ ਕੋਲ ਭਾਰਤ ਵਿੱਚ ਜਾਤਾਂ। ਸੋ ਅੰਬੇਦਕਰ ਨੇ ਆਪਣੀ PhD ਡਿਗਰੀ ਲਈ ਖੋਜ ਪੱਤਰ ਦੀ ਨੈਸ਼ਨਲ ਡਿਵੀਡੈਂਟ ਆਫ ਇੰਡੀਆ ਏ ਹਿਸਟੋਰੀਕਲ ਐਂਡ ਐਨਾਲਿਟੀਕਲ ਸਟੱਡੀ ਲਿਖਿਆ। PhD ਲਈ ਜਿਹੜਾ ਨੇ ਖੋਜ ਪੱਤਰ ਲਿਖਿਆ ਸੀ ਉਹਦਾ ਨਾਮ ਸੀਗਾ ਇਹ ਦ ਨੈਸ਼ਨਲ ਡਿਵੀਡੈਂਟ ਆਫ ਇੰਡੀਆ ਏ ਹਿਸਟੋਰੀਕਲ ਐਂਡ ਐਨਾਲਿਟੀਕਲ ਸਟੱਡੀ। ਨੈਕਸਟ 1916 ਜੂਨ ਦੇ ਵਿੱਚ ਯਾਨੀ 6ਵਾਂ ਮਹੀਨਾ ਤੇ 1916 ਸੰਨ ਦੇ ਵਿੱਚ ਲੰਡਨ ਸਕੂਲ ਆਫ ਇਕਨੋਮਿਕਸ ਐਂਡ ਪੋਲੀਟੀਕਲ ਸਾਇੰਸ ਲੰਡਨ ਵਿੱਚ ਦਾਖਲਾ ਲੈਣ ਲਈ
ਕੋਲੰਬੀਆ ਯੂਨੀਵਰਸਿਟੀ ਨੂੰ ਛੱਡਿਆ, ਜਿੱਥੇ ਉਹਨਾਂ ਨੇ ਆਪਣੀ PhD ਦੀ ਡਿਗਰੀ ਮੁਕੰਮਲ ਕਰ ਲਈ ਸੀ। ਯਾਨੀ ਇਹਨਾਂ ਨੇ PhD ਦੀ ਡਿਗਰੀ ਹੈ ਕਿੱਥੇ ਮੁਕੰਮਲ ਕੀਤੀ ਸੀ? ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਮੁਕੰਮਲ ਕੀਤੀ ਸੀ। ਇਸ ਨੂੰ ਇਹਨਾਂ ਨੇ ਛੱਡ ਦਿੱਤਾ ਸੀਗਾ। ਕਿਸ ਲਈ ਛੱਡ ਦਿੱਤਾ ਸੀ? ਕਿਉਂਕਿ ਇਹਨਾਂ ਨੇ ਲੰਡਨ ਸਕੂਲ ਆਫ ਇਕਨੋਮਿਕਸ ਐਂਡ ਪੋਲੀਟੀਕਲ ਸਾਇੰਸ ਲੰਡਨ ਦੇ ਵਿੱਚ ਦਾਖਲਾ ਲੈਣਾ ਸੀਗਾ। ਦੈਨ 1917 ਦੇ ਵਿੱਚ ਕੋਲੰਬੀਆ ਯੂਨੀਵਰਸਿਟੀ ਨੇ PhD ਦੀ ਡਿਗਰੀ ਪ੍ਰਦਾਨ ਕੀਤੀ। ਨੈਕਸਟ ਜੂਨ 1917 ਦੇ ਵਿੱਚ ਲੰਡਨ MSc ਅਰਥ ਸ਼ਾਸਤਰ ਦੀ ਡਿਗਰੀ ਦੇ ਲਈ ਸਾਲ ਭਰ ਖੋਜ ਕਾਰਜ ਕਰਨ ਉਪਰੰਤ ਭਾਰਤ ਵਾਪਸ ਆ ਗਏ। ਯਾਨੀ ਭਾਰਤ ਫਿਰ ਕਦੋਂ ਵਾਪਸ ਆਏ? ਜੂਨ 1917 ਦੇ ਵਿੱਚ, ਬਿਨਾਂ ਖੋਜ ਕਾਰਜ ਮੁਕੰਮਲ ਕੀਤਿਆਂ। ਜਦੋਂ ਇਹ ਭਾਰਤ ਵਾਪਸ ਆਏ ਸੀਗੇ, ਆਪਣਾ ਜਿਹੜਾ ਖੋਜ ਕਾਰਜ ਇਹਨਾਂ ਨੇ ਬਿਨਾਂ ਮੁਕੰਮਲ ਕੀਤਾ ਵਾਪਸ ਆ ਗਏ ਸੀਗੇ। ਕਿਉਂ ਵਾਪਸ ਆ ਗਏ ਸੀ? ਕਿਉਂਕਿ ਬੜੌਦਾ ਰਾਜ ਦੇ ਵਜ਼ੀਫੇ ਦੀ ਜਿਹੜੀ ਮਿਆਦ ਸੀ, ਸਮਾਂ ਸੀਗਾ ਜਿਹੜਾ ਉਸਦਾ, ਉਹ ਖਤਮ ਹੋ ਚੁੱਕਿਆ ਸੀ। ਨੈਕਸਟ ਫਿਰ ਜੁਲਾਈ 1917 ਦੇ ਵਿੱਚ ਬੜੌਦਾ ਦੇ ਮਹਾਰਾਜਾ ਸਿਆਸੀ ਰਾਓ ਗਾਇਕਵਾੜ ਦੇ ਮਿਲਟਰੀ ਸਕੱਤਰ ਨਿਯੁਕਤ ਕੀਤੇ ਗਏ। ਯਾਨੀ ਇਹਨਾਂ ਨੂੰ ਮਿਲਟਰੀ ਸਕੱਤਰ ਦੇ ਵਜੋਂ ਚੁਣ ਲਿਆ ਗਿਆ। ਫਿਰ ਬਾਅਦ ਵਿੱਚ ਉਹਨਾਂ ਨੂੰ ਵਿੱਤ ਮੰਤਰੀ ਲਾਇਆ ਜਾਣਾ ਸੀ, ਪਰ ਛੇਤੀ ਹੀ ਉਹਨਾਂ ਨੂੰ ਬੜੌਦਾ ਛੱਡਣਾ ਪੈ ਗਿਆ, ਕਿਉਂਕਿ ਉਹਨਾਂ ਦੀ ਨੀਵੀਂ ਜਾਤ ਕਾਰਨ ਉਹਨਾਂ ਨਾਲ ਦੁਰਵਿਹਾਰ ਕੀਤਾ ਗਿਆ ਸੀ ਅਤੇ ਕਿਸੇ ਵੀ ਜਗ੍ਹਾ ਉਹਨਾਂ ਨੂੰ ਨੀਵੀਂ ਜਾਤ ਕਰਕੇ ਕਮਰਾ ਕਿਰਾਏ ਤੇ ਨਹੀਂ ਮਿਲਿਆ ਸੀ। ਭਾਰਤ ਵਿੱਚ ਛੋਟੀਆਂ ਜਾਤਾਂ ਸਮਾਲ ਹੋਲਡਿੰਗ ਅਤੇ ਉਹਨਾਂ ਦਾ ਹੱਲ ਕਿਤਾਬ ਵਿੱਚ ਛਪਵਾਇਆ। ਨਵੰਬਰ 1917 ਦੇ ਵਿੱਚ ਡਾਕਟਰ ਅੰਬੇਦਕਰ ਜੀ ਦੀ ਜਿਹੜੀ ਦੂਜੀ ਮਾਂ ਸੀਗੀ, ਮਤਰੇਈ ਮਾਂ ਜੀਜਾ ਬਾਈ ਉਹਨਾਂ ਦਾ ਨਾਮ ਸੀ, ਉਹਨਾਂ ਦਾ ਦੇਹਾਂਤ ਹੋ ਜਾਂਦਾ। 1918 ਦੇ ਵਿੱਚ ਵੋਟ ਅਧਿਕਾਰਾਂ ਬਾਰੇ ਸਾਊਥਬਰੋ ਕਮਿਸ਼ਨ ਸਾਹਮਣੇ ਗਵਾਹੀ ਦਿੱਤੀ। ਨਾਗਪੁਰ ਵਿੱਚ ਦਲਿਤ ਵਰਗਾਂ ਦੀ ਕਾਨਫਰੰਸ ਵਿੱਚ ਹਿੱਸਾ ਲਿਆ। ਦਲਿਤ ਵਰਗਾਂ ਦੀ ਕਾਨਫਰੰਸ ਕਿੱਥੇ ਹੋਈ? ਨਾਗਪੁਰ ਦੇ ਵਿੱਚ। ਤੇ ਗਵਾਹੀ ਕਿਸ ਦੇ ਸਾਹਮਣੇ ਦਿੱਤੀ ਸੀ? ਸਾਊਥਬਰੋ ਕਮਿਸ਼ਨ। ਦੈਨ ਨਵੰਬਰ 1918 ਦੇ ਵਿੱਚ ਬੰਬੇ ਵਿਖੇ ਸਿਡਹਨਮ ਕਾਲਜ ਆਫ ਕਮਰਸ ਐਂਡ ਇਕਨੋਮਿਕਸ ਵਿੱਚ ਪੋਲੀਟੀਕਲ ਇਕਨੋਮੀ ਦੇ ਪ੍ਰੋਫੈਸਰ ਨਿਯੁਕਤ ਹੋਏ। ਯਾਨੀ ਇਹ ਪ੍ਰੋਫੈਸਰ ਦੀ ਜੌਬ ਵੀ ਕੀਤੀ ਇਹਨਾਂ ਨੇ। ਕਿਹੜੇ ਕਾਲਜ ਵਿੱਚ ਕੀਤੀ? ਸਿਡਹਨਮ ਕਾਲਜ ਆਫ ਕਮਰਸ ਐਂਡ ਇਕਨੋਮਿਕਸ। ਕਿਸ ਚੀਜ਼ ਦੇ ਪ੍ਰੋਫੈਸਰ ਲੱਗੇ? ਪੋਲੀਟੀਕਲ ਇਕਨੋਮਿਕ ਦੇ ਪ੍ਰੋਫੈਸਰ ਨਿਯੁਕਤ ਹੋਏ ਸੀਗੇ ਇਹ। ਨੈਕਸਟ ਆਪਾਂ ਦੇਖਦੇ ਹਾਂ ਫਿਰ 31 ਜਨਵਰੀ 1920। ਹੁਣ 1920 ਵਾਲਾ ਸਾਲ ਜਿਹੜਾ ਸਟਾਰਟ ਹੋ ਗਿਆ। 31 ਜਨਵਰੀ 1920 ਦਲਿਤ ਵਰਗਾਂ ਦੇ ਹੱਕਾਂ ਹਿੱਤਾਂ ਲਈ ਮਰਾਠੀ ਵਿੱਚ ਹਫ਼ਤਾਵਾਰ ਅਖਬਾਰ ਮੂਕ ਨਾਇਕ ਸ਼ੁਰੂ ਕੀਤਾ। ਯਾਨੀ ਇਹਨਾਂ ਨੇ ਜਿਹੜਾ ਦਲਿਤ ਵਰਗਾਂ ਦੇ ਹੱਕਾਂ ਦੇ ਵਿੱਚ ਕੁਐਸਚਨ ਆ ਸਕਦਾ ਵੀ ਹਫ਼ਤਾਵਾਰ ਅਖਬਾਰ ਜਿਹੜਾ ਸੀਗਾ ਕਿਹੜਾ ਸ਼ੁਰੂ ਕੀਤਾ ਸੀਗਾ? ਮੂਕ ਨਾਇਕ। ਸ਼੍ਰੀ ਨੰਦ ਰਾਮ ਇਸ ਦੇ ਪਹਿਲੇ ਸੰਪਾਦਕ ਸਨ। ਪਹਿਲੇ ਸੰਪਾਦਕ ਕੌਣ ਸਨ ਇਸ ਦੇ? ਸ਼੍ਰੀ ਨੰਦ ਨਾਮ। ਬਾਅਦ ਵਿੱਚ ਸ਼੍ਰੀ ਦੇਅੰਦਰ ਘੋਲਪ ਅਖਬਾਰ ਦੇ ਸੰਪਾਦਕ ਬਣੇ। ਯਾਨੀ ਸਭ ਤੋਂ ਪਹਿਲਾਂ ਜਿਹੜੇ ਸੰਪਾਦਕ ਸੀਗੇ ਉਹ ਸੀਗੇ ਸ਼੍ਰੀ ਨੰਦ ਰਾਮ, ਉਸ ਤੋਂ ਬਾਅਦ ਬਣੇ ਫਿਰ ਸ਼੍ਰੀ ਦੇਅੰਦਰ ਘੋਲਪ। ਨੈਕਸਟ 21 ਮਾਰਚ 1920 ਨੂੰ ਕੋਲਾਪੁਰ ਵਿਖੇ ਛਤਰਪਤੀ ਸ਼ਾਹੂ ਜੀ ਮਹਾਰਾਜ ਦੀ ਪ੍ਰਧਾਨਗੀ ਹੇਠ ਹੋਈ ਕਾਨਫਰੰਸ ਦੇ ਵਿੱਚ ਸ਼ਿਰਕਤ ਕੀਤੀ। ਫਿਰ ਮਾਰਚ 1920 ਦੇ ਵਿੱਚ ਡਾਕਟਰ ਅੰਬੇਦਕਰ ਜੀ ਨੇ ਪ੍ਰੋਫੈਸਰ ਪਦ ਤੋਂ ਆਪਣਾ ਅਸਤੀਫਾ ਦੇ ਦਿੱਤਾ, ਜਿੱਥੇ ਉਹ ਜੌਬ ਤੁਹਾਨੂੰ ਦੱਸਿਆ ਸੀ ਉੱਪਰ ਕਿੱਥੇ ਲੱਗੀ ਸੀ ਉਹਨਾਂ ਦੀ? ਸਿਡਹਨਮ ਕਾਲਜ ਦੇ ਵਿੱਚ। ਕਿਉਂ ਦੇਤਾ ਸੀ? ਕਿਉਂਕਿ ਉਹਨਾਂ ਨੇ ਲੰਡਨ ਦੇ ਵਿੱਚ ਆਪਣੀ ਪੜ੍ਹਾਈ ਜਿਹੜੀ ਪੂਰੀ ਕਰਨੀ ਸੀ, ਮੁਕੰਮਲ ਕਰਨੀ ਸੀ, ਇਸ ਕਰਕੇ ਉਹਨਾਂ ਨੇ ਪ੍ਰੋਫੈਸਰ ਪਦ ਤੋਂ ਅਸਤੀਫਾ ਦੇ ਦਿੱਤਾ ਸੀ। ਮਈ 1920 ਦੇ ਵਿੱਚ ਨਾਗਪੁਰ ਵਿਖੇ ਯਾਦਗਾਰੀ ਭਾਸ਼ਣ, ਜਿਸ ਦੇ ਵਿੱਚ ਡਿਪਰੈਸਡ ਕਲਾਸਿਜ ਮਿਸ਼ਨ ਅਤੇ ਕਰਮਵੀਰ ਸ਼ਿੰਦੇ ਦੀ ਆਲੋਚਨਾ ਕੀਤੀ। ਸਤੰਬਰ 1920 ਦੇ ਵਿੱਚ ਲੰਡਨ ਸਕੂਲ ਆਫ ਇਕਨੋਮਿਕਸ ਦੇ ਵਿੱਚ ਦੁਬਾਰਾ ਦਾਖਲਾ ਲਿਆ ਇਹਨਾਂ ਨੇ। ਵਕਾਲਤ ਦੇ ਅਧਿਐਨ ਦੇ ਲਈ ਗ੍ਰੇਜ਼ ਇਨ ਵਿੱਚ ਪ੍ਰਵੇਸ਼ ਕੀਤਾ। ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ, ਇੰਪੋਰਟੈਂਟ ਹੈ ਕੁਝ ਵੀ ਗ੍ਰੇਜ਼ ਇਨ ਦੇ ਵਿੱਚ ਇਹਨਾਂ ਨੇ ਕਿਸ ਦੇ ਲਈ ਪ੍ਰਵੇਸ਼ ਕੀਤਾ? ਵਕਾਲਤ ਦੇ ਅਧਿਐਨ ਦੇ ਲਈ। ਤੇ ਲੰਡਨ ਸਕੂਲ ਆਫ ਇਕਨੋਮਿਕਸ ਦਾਖਲਾ ਕਦੋਂ ਲਿਆ? ਸਤੰਬਰ 1920 ਦੇ ਵਿੱਚ। ਨੈਕਸਟ ਜੂਨ 1921 ਦੇ ਵਿੱਚ ਲੰਡਨ ਯੂਨੀਵਰਸਿਟੀ ਨੇ MSc ਡਿਗਰੀ ਦੇ ਲਈ ਪ੍ਰੋਵਿੰਸ਼ੀਅਲ ਡੀਸੈਂਟਰਲਾਈਜੇਸ਼ਨ ਆਫ ਇੰਪੀਰੀਅਲ ਫਾਈਨੈਂਸ ਇਨ ਬ੍ਰਿਟਿਸ਼ ਇੰਡੀਆ ਸਵੀਕਾਰ ਕੀਤਾ। 1922-23 ਦੇ ਵਿੱਚ ਜਰਮਨੀ ਦੀ ਬੋਨ ਯੂਨੀਵਰਸਿਟੀ ਦੇ ਵਿੱਚ ਕੁਝ ਸਮਾਂ ਅਰਥ ਸ਼ਾਸਤਰ ਅਤੇ ਸੰਸਕ੍ਰਿਤ ਦੀ ਪੜ੍ਹਾਈ ਕੀਤੀ। ਇਹ ਵੀ ਕੁਐਸਚਨ ਪੁੱਛ ਲਿਆ ਜਾਂਦਾ ਕਈ ਵਾਰੀ ਵੀ ਸੰਸਕ੍ਰਿਤ ਤੇ ਅਰਥ ਸ਼ਾਸਤਰ ਦੀ ਪੜ੍ਹਾਈ ਜਿਹੜੀ ਹੈ ਉਹਨਾਂ ਨੇ ਕਿੱਥੇ ਕੀਤੀ ਸੀ? ਤੇ ਜਰਮਨੀ ਦੀ ਬੋਨ ਯੂਨੀਵਰਸਿਟੀ ਦੇ ਵਿੱਚ ਰਹਿ ਕੇ ਕੀਤੀ ਸੀ। ਨੈਕਸਟ 1923 ਮਾਰਚ ਦੇ ਵਿੱਚ DMC ਅਰਥ ਸ਼ਾਸਤਰ ਦੀ ਡਿਗਰੀ ਦੇ ਲਈ ਖੋਜ ਪੱਤਰ ਰੁਪਏ ਦੀ ਸਮੱਸਿਆ ਉਤਪੱਤੀ ਤੇ ਹੱਲ ਸਵੀਕਾਰ ਕੀਤਾ ਗਿਆ, ਜਿਸ ਨੂੰ ਦਸੰਬਰ 1923 ਦੇ ਵਿੱਚ PS ਕਿੰਗ ਐਂਡ ਕੰਪਨੀ ਬੰਬੇ ਨੇ ਛਾਪਿਆ। ਕੁਐਸਚਨ ਏਦਾਂ ਪੁੱਛਿਆ ਜਾ ਸਕਦਾ ਵੀ ਜਿਹੜਾ ਰੁਪਏ ਦੀ ਸਮੱਸਿਆ ਵਾਲਾ ਪੱਤਰ ਸੀਗਾ ਉਹ ਕਿਸ ਨੇ ਛਾਪਿਆ? PS ਕਿੰਗ ਐਂਡ ਕੰਪਨੀ ਨੇ ਛਾਪਿਆ। ਕਿੱਥੇ ਛਾਪਿਆ? ਬੰਬੇ ਵਿਖੇ ਛਾਪਿਆ। ਜੋ ਮਈ 1947 ਦੇ ਵਿੱਚ ਭਾਰਤੀ ਕਰੰਸੀ ਦਾ ਇਤਿਹਾਸ ਅਤੇ ਬੈਂਕਿੰਗ ਵੋਲੀਅਮ 1 ਸਿਰਲੇਖ ਹੇਠ
ਪ੍ਰਕਾਸ਼ਿਤ ਹੋਇਆ। ਨੈਕਸਟ ਸਨ 1923 ਦੇ ਵਿੱਚ ਵਕਾਲਤ ਪਾਸ ਕੀਤੀ ਇਹਨਾਂ ਨੇ, ਯਾਨੀ ਵਕਾਲਤ ਕਦੋਂ ਪਾਸ ਕੀਤੀ? 1923 ਦੇ ਵਿੱਚ। ਫਿਰ ਦੁਬਾਰਾ 1923 ਦੇ ਵਿੱਚ ਅਪ੍ਰੈਲ ਦੇ ਵਿੱਚ ਭਾਰਤ ਵਾਪਸ ਪਰਤ ਚੁੱਕੇ ਸੀਗੇ। ਪਹਿਲਾਂ ਜਦੋਂ ਆਏ ਸੀਗੇ, ਦੇਖੋ ਭਾਰਤ ਵਾਪਸ ਆਏ ਸੀ ਕਦੋਂ ਆਏ ਸੀ? ਜੂਨ 1917 ਦੇ ਵਿੱਚ, ਤੇ ਉਸ ਤੋਂ ਬਾਅਦ ਚਲੇ ਗਏ ਸੀਗੇ, ਫਿਰ ਦੁਬਾਰਾ ਚਲੇ ਗਏ ਸੀਗੇ ਉੱਥੇ 1920 ਦੇ ਵਿੱਚ, ਫਿਰ ਵਾਪਸ ਆਏ 1923 ਦੇ ਵਿੱਚ। ਜੂਨ 1924 ਦੇ ਵਿੱਚ ਬੰਬੇ ਹਾਈ ਕੋਰਟ ਦੇ ਵਿੱਚ ਵਕਾਲਤ ਸ਼ੁਰੂ ਕੀਤੀ, ਯਾਨੀ ਵਕਾਲਤ ਜਿਹੜੀ ਇਹਨਾਂ ਨੇ ਸ਼ੁਰੂ ਕੀਤੀ ਸੀ, ਕਿੱਥੇ ਸ਼ੁਰੂ ਕੀਤੀ ਸੀ? ਬੰਬੇ ਹਾਈ ਕੋਰਟ ਦੇ ਵਿੱਚ, ਜੂਨ 1924 ਦੇ ਵਿੱਚ। ਫਿਰ ਜੁਲਾਈ 1924 ਦੇ ਵਿੱਚ ਦਲਿਤ ਵਰਗ ਦੀ ਭਲਾਈ ਦੇ ਲਈ ਬਹਿਸ਼ਕ੍ਰਿਤ ਹਿਤਕਾਰਨੀ ਸਭਾ ਦੀ ਸਥਾਪਨਾ ਕੀਤੀ। ਸਭਾ ਦੇ ਉਦੇਸ਼ ਨਿਸ਼ਾਨੇ ਸਨ ਸਿੱਖਿਅਤ ਹੋਵੇ, ਸੰਘਰਸ਼ ਕਰੋ, ਸੰਗਠਿਤ ਹੋਵੋ। ਇਹ ਕੁਐਸਚਨ ਕੋਈ ਨਾ ਪੁੱਛ ਲਿਆ ਜਾਂਦਾ ਕਿ ਜਿਹੜੀ ਪਹਿਲੀ ਜਿਹੜੀ ਇਹਨਾਂ ਦੀ ਸਭਾ ਸੀਗੀ ਕਿਹੜੀ ਸੀ ਜਿਹੜੀ ਇਹਨਾਂ ਨੇ ਸਥਾਪਨਾ ਕੀਤੀ ਸੀ ਦਲਿਤ ਵਰਗ ਦੇ ਲਈ? ਬਹਿਸ਼ਕ੍ਰਿਤ ਹਿਤਕਾਰਨੀ ਸਭਾ। ਸਭਾ ਦੇ ਉਦੇਸ਼ ਕੀ ਸੀਗੇ? ਸਿੱਖਿਅਤ ਹੋਵੋ, ਸੰਘਰਸ਼ ਕਰੋ, ਸੰਗਠਿਤ ਹੋਵੋ। 1925 ਦੇ ਵਿੱਚ ਬ੍ਰਿਟਿਸ਼ ਭਾਰਤ ਦੇ ਵਿੱਚ ਸੂਬਾਈ ਵਿੱਤ ਦਾ ਵਿਕਾਸ, ਭਾਰਤ ਵਿੱਚ ਰਾਜਸ਼ਾਹੀ ਵਿੱਤ ਦਾ ਵਿਕੇਂਦਰੀਕਰਨ ਖੋਜ ਪੱਤਰ ਛਾਪਿਆ। ਇਹ ਇੱਕ ਖੋਜ ਪੱਤਰ ਦਾ ਨਾਮ ਸੀਗਾ, ਬ੍ਰਿਟਿਸ਼ ਭਾਰਤ ਵਿੱਚ ਸੂਬਾਈ ਵਿੱਤ ਦਾ ਵਿਕਾਸ, ਭਾਰਤ ਵਿੱਚ ਰਾਜਸ਼ਾਹੀ ਵਿੱਤ ਦਾ ਵਿਕੇਂਦਰੀਕਰਨ। ਬਾਰਸ਼ੀ ਵਿਖੇ ਅਛੂਤ ਵਿਦਿਆਰਥੀਆਂ ਲਈ ਹੋਸਟਲ ਸ਼ੁਰੂ ਕੀਤਾ। ਅਛੂਤ ਵਿਦਿਆਰਥੀਆਂ ਲਈ ਹੋਸਟਲ ਕਿੱਥੇ ਬਣਾਇਆ ਸੀ ਇਹਨਾਂ ਨੇ? ਬਾਰਸ਼ੀ ਵਿਖੇ। ਫਿਰ 1926 ਦੇ ਵਿੱਚ ਭਾਰਤੀ ਕਰੰਸੀ ਬਾਰੇ ਰਾਇਲ ਕਮਿਸ਼ਨ, ਹਿਲਟਨ ਯੰਗ ਕਮਿਸ਼ਨ ਸਾਹਮਣੇ ਗਵਾਹੀ ਦਿੱਤੀ। ਬੰਬਈ ਵਿਧਾਨ ਕੌਂਸਲ ਲਈ ਮੈਂਬਰ ਨਾਮਜ਼ਦ ਕੀਤੇ ਗਏ 1926 ਈਸਵੀ ਦੇ ਵਿੱਚ ਹੀ। 1927 ਮਾਰਚ ਦੇ ਵਿੱਚ ਜ਼ਿਲ੍ਹਾ ਕੋਲਾਬਾ ਦੇ ਮਹਾੜ ਵਿਖੇ ਅਛੂਤਾਂ ਦੁਆਰਾ ਚਾਵਦਾਰ ਤਲਾਬ ਤੋਂ ਪਾਣੀ ਲੈਣ ਦੇ ਅਧਿਕਾਰ ਦੀ ਬਹਾਲੀ ਦੇ ਲਈ ਸੱਤਿਆਗ੍ਰਹਿ ਸ਼ੁਰੂ ਕੀਤਾ। ਅਪ੍ਰੈਲ 1927 ਦੇ ਵਿੱਚ ਪੰਦਰਵਾੜਾ ਮਰਾਠੀ ਅਖਬਾਰ ਬਹਿਸ਼ਕ੍ਰਿਤ ਭਾਰਤ ਸ਼ੁਰੂ ਕੀਤਾ, ਯਾਨੀ ਇਹਨਾਂ ਨੇ ਇੱਕ ਮਰਾਠੀ ਅਖਬਾਰ ਸ਼ੁਰੂ ਕੀਤਾ। ਪੰਦਰਵਾੜਾ ਮੀਨਸ ਵੀ 15 ਦਿਨਾਂ ਬਾਅਦ ਜਿਹੜਾ ਛਪੂਗਾ। ਨਾਮ ਸੀਗਾ ਉਹਦਾ ਬਹਿਸ਼ਕ੍ਰਿਤ ਭਾਰਤ, ਤੇ ਆਪ ਹੀ ਜਿਹੜੇ ਇਸਦੇ ਸੰਪਾਦਕ ਬਣੇ। ਇਸਦੇ ਸੰਪਾਦਕ ਕੌਣ ਸਨ? ਕਈ ਵਾਰ ਇਸ ਤਰ੍ਹਾਂ ਪੁੱਛਿਆ ਜਾ ਸਕਦਾ ਹੈ ਬਹਿਸ਼ਕ੍ਰਿਤ ਭਾਰਤ ਦੇ ਸੰਪਾਦਕ ਜਿਹੜਾ ਕੌਣ ਸਨ? ਤਾਂ ਡਾਕਟਰ BR ਅੰਬੇਦਕਰ ਇਸਦੇ ਸੰਪਾਦਕ ਸਨ। ਸਤੰਬਰ 1927 4 ਸਤੰਬਰ 1927 ਦੇ ਵਿੱਚ ਸਮਾਜ ਸਮਤਾ ਸੰਘ ਦੀ ਸਥਾਪਨਾ ਕੀਤੀ ਗਈ। ਇਹ ਵੀ ਕੁਐਸਚਨ ਇੰਪੋਰਟੈਂਟ ਹੈ ਕਿ ਜਿਹੜਾ ਸਮਾਜ ਸਮਤਾ ਸੰਘ ਹੈ ਕਦੋਂ ਸਥਾਪਿਤ ਕੀਤਾ ਗਿਆ? 4 ਸਤੰਬਰ 1927 ਦੇ ਵਿੱਚ। ਦਸੰਬਰ 1927 ਦੇ ਵਿੱਚ ਮਹਾੜ ਵਿਖੇ ਦੂਜੀ ਕਾਨਫਰੰਸ ਹੁੰਦੀ ਹੈ। 25 ਦਸੰਬਰ 1927 ਨੂੰ ਮਹਾੜ ਸੱਤਿਆਗ੍ਰਹਿ ਦੌਰਾਨ ਮਨੂ ਸਮ੍ਰਿਤੀ ਨੂੰ ਅਗਨੀ ਭੇਟ ਕੀਤਾ ਗਿਆ ਅਤੇ ਨਵੇਂ ਯੁੱਗ ਦੇ ਆਗਾਜ਼ ਦਾ ਬਿਗਲ ਵਜਾਇਆ ਗਿਆ। ਇਹ ਵੀ ਕੁਐਸਚਨ ਬਣ ਜਾਂਦਾ ਹੈ ਕਿ ਮਨੂ ਸਮ੍ਰਿਤੀ ਨੂੰ ਅਗਨੀ ਭੇਟ ਕਦੋਂ ਕੀਤਾ ਗਿਆ? 25 ਦਸੰਬਰ 1927 ਦੇ ਵਿੱਚ। ਕਿੱਥੇ ਕੀਤਾ ਗਿਆ? ਮਹਾੜ ਸੱਤਿਆਗ੍ਰਹਿ ਦੌਰਾਨ ਕੀਤਾ ਗਿਆ। ਨਵੇਂ ਯੁੱਗ ਦੇ ਆਗਾਜ਼ ਦਾ ਬਿਗਲ ਕਦੋਂ ਵੱਜਿਆ? ਜਦੋਂ ਮਨੂ ਸਮ੍ਰਿਤੀ ਨੂੰ ਅਗਨੀ ਭੇਟ ਕੀਤਾ ਗਿਆ। ਇਸ ਤਰ੍ਹਾਂ ਦਾ ਜਿਹੜਾ ਕੁਐਸਚਨ ਆ ਬਣ ਕੇ ਆ ਸਕਦਾ ਉੱਥੇ। ਮਾਰਚ 1928 ਦੇ ਵਿੱਚ ਬੰਬਈ ਵਿਧਾਨ ਕੌਂਸਲ ਦੇ ਵਿੱਚ ਵਤਨ ਬਿੱਲ ਪੇਸ਼ ਕੀਤਾ। ਵਤਨ ਬਿੱਲ ਕਦੋਂ ਪੇਸ਼ ਕੀਤਾ? ਮਾਰਚ 1928 ਦੇ ਵਿੱਚ। ਕਿੱਥੇ ਕੀਤਾ? ਬੰਬਈ ਵਿਧਾਨ ਕੌਂਸਲ ਦੇ ਵਿੱਚ। ਮਈ 1928 ਦੇ ਵਿੱਚ ਸਾਈਮਨ ਕਮਿਸ਼ਨ ਸਾਹਮਣੇ ਗਵਾਹੀ ਦਿੱਤੀ। ਜੂਨ 1928 ਦੇ ਵਿੱਚ ਲਾਅ ਕਾਲਜ ਬੰਬੇ ਵਿਖੇ ਪ੍ਰੋਫੈਸਰ ਲੱਗੇ। ਬੰਬੇ ਵਿਖੇ ਪ੍ਰੋਫੈਸਰ ਕਦੋਂ ਲੱਗੇ? ਫਿਰ ਲਾਅ ਕਾਲਜ ਦੇ ਵਿੱਚ ਜੂਨ 1928 ਦੇ ਵਿੱਚ। ਜਿੱਥੇ ਪ੍ਰੋਫੈਸਰ ਲੱਗੇ ਬੰਬੇ ਦੇ ਵਿੱਚ ਉਹਦਾ ਨਾਮ ਕੀ ਸੀ? ਲਾਅ ਕਾਲਜ। ਉਪਰੰਤ ਇਸ ਕਾਲਜ ਦੇ ਪ੍ਰਿੰਸੀਪਲ ਬਣੇ। ਕੁਐਸਚਨ ਇਸ ਤਰ੍ਹਾਂ ਹੀ ਬਣ ਸਕਦਾ ਕਿ ਕਿਸ ਕਾਲਜ ਦੇ ਵਿੱਚੋਂ ਪ੍ਰੋਫੈਸਰ ਲੱਗੇ ਤੇ ਉੱਥੋਂ ਦੇ ਹੀ ਪ੍ਰਿੰਸੀਪਲ ਬਣੇ। ਤਾਂ ਆਨਸਰ ਬਣ ਜੂਗਾ ਇਹਦਾ ਲਾਅ ਕਾਲਜ। 1928-29 ਦੇ ਵਿੱਚ ਸਾਈਮਨ ਕਮਿਸ਼ਨ ਦੀ ਬੰਬੇ ਪ੍ਰੈਜ਼ੀਡੈਂਸੀ ਕਮੇਟੀ ਦੇ ਮੈਂਬਰ ਬਣਾਏ ਗਏ। ਮਾਰਚ 1930 ਦੇ ਵਿੱਚ ਮੰਦਰ ਪ੍ਰਵੇਸ਼ ਦੇ ਅਛੂਤਾਂ ਦੇ ਅਧਿਕਾਰ ਦੀ ਪ੍ਰਾਪਤੀ ਦੇ ਲਈ ਕਾਲਾ ਰਾਮ ਮੰਦਰ ਨਾਸਿਕ ਵਿਖੇ ਸੱਤਿਆਗ੍ਰਹਿ ਸ਼ੁਰੂ ਕੀਤਾ। 1930-32 ਦੇ ਵਿੱਚ ਭਾਰਤੀ ਅਛੂਤਾਂ ਦੀ ਨੁਮਾਇੰਦਗੀ ਲਈ ਗੋਲਮੇਜ਼ ਕਾਨਫਰੰਸ ਲੰਡਨ ਲਈ ਡੈਲੀਗੇਟ ਬਣੇ। 29 ਜਨਵਰੀ 1932 ਨੂੰ ਦੂਜੀ ਗੋਲਮੇਜ਼ ਕਾਨਫਰੰਸ ਲੰਡਨ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਭਾਰਤ ਵਾਪਸ ਪਰਤੇ। 31 ਜਨਵਰੀ 1932 ਨੂੰ ਲੋਥੀਅਨ ਕਮੇਟੀ ਦੀ ਕਾਰਵਾਈ ਦੇ ਵਿੱਚ ਸ਼ਾਮਲ ਹੋਣ ਦੇ ਲਈ ਦਿੱਲੀ ਰਵਾਨਾ ਹੋਏ। 17 ਅਗਸਤ 1932 ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਰਾਮਸੇ ਮੈਕਡੋਨਲਡ ਨੇ ਫਿਰਕੂ ਫੈਸਲੇ ਕਮਿਊਨਲ ਅਵਾਰਡ ਦਾ ਐਲਾਨ ਕਰ ਦਿੱਤਾ। ਯਾਨੀ ਕਮਿਊਨਲ ਅਵਾਰਡ ਦਾ ਐਲਾਨ ਕਿਸਨੇ ਕੀਤਾ? ਬ੍ਰਿਟਿਸ਼ ਪ੍ਰਧਾਨ ਮੰਤਰੀ ਰਾਮਸੇ ਮੈਕਡੋਨਲਡ ਨੇ। ਮੈਕਡੋਨਲਡ ਦਾ ਤੁਹਾਨੂੰ ਯਾਦ ਹੀ ਰਹਿਣਾ
ਰਾਮ ਸੇ ਉਹਦੇ ਨਾਮ ਅੱਗੇ ਲੱਗਿਆ ਹੋਇਆ। ਤੇ ਬ੍ਰਿਟਿਸ਼ ਦਾ ਪ੍ਰਧਾਨ ਮੰਤਰੀ ਸੀ। ਸਤੰਬਰ 1932 ਦੇ ਵਿੱਚ ਗਾਂਧੀ ਜੀ ਦਾ ਜੀਵਨ ਬਚਾਉਣ ਦੇ ਲਈ ਦਲਿਤ ਵਰਗਾਂ ਨੂੰ ਰਾਮ ਸੇ ਮੈਕਡੋਨਲਡ ਦੁਆਰਾ ਫਿਰਕੂ ਫੈਸਲੇ ਮੀਨਸ ਕਾਮਨਲ ਅਵਾਰਡ ਇਹਦੇ ਵਿੱਚ ਮਿਲੇ ਵੱਖਰੇ ਚੋਣ ਅਧਿਕਾਰਾਂ ਦੀ ਮੰਗ ਨੂੰ ਛੱਡ ਕੇ ਗਾਂਧੀ ਨਾਲ ਪੂਨਾ ਸਮਝੌਤੇ ਉੱਤੇ ਸਹਿਮਤੀ ਦਰਸਾਈ ਅਤੇ ਸਾਂਝੀ ਚੋਣ ਪ੍ਰਣਾਲੀ ਸਵੀਕਾਰ ਕੀਤੀ। ਕੁਐਸਚਨ ਇਹ ਬਣ ਸਕਦਾ ਵੀ ਗਾਂਧੀ ਜੀ ਨਾਲ ਕਿਹੜੇ ਸਮਝੌਤੇ ਉੱਤੇ ਸਹਿਮਤੀ ਦਰਸਾਈ? ਪੂਨਾ ਸਮਝੌਤੇ ਉੱਪਰ। ਤੇ ਕਿਹੜੀ ਪ੍ਰਣਾਲੀ ਸਵੀਕਾਰ ਕੀਤੀ? ਸਾਂਝੀ ਚੋਣ ਪ੍ਰਣਾਲੀ। 1932 ਤੋਂ 34 ਤੱਕ ਭਾਰਤੀ ਸੰਵਿਧਾਨਿਕ ਸੁਧਾਰਾਂ ਸੰਬੰਧੀ ਸਾਂਝੀ ਸੰਸਦੀ ਕਮੇਟੀ ਦੇ ਮੈਂਬਰ ਬਣਾਏ ਗਏ। 1933 ਦੇ ਵਿੱਚ ਬੰਬੇ ਯੂਨੀਵਰਸਿਟੀ ਨੇ ਆਰਟਸ ਤੇ ਲਾਅ ਵਿਭਾਗ ਦੀ ਫੈਲੋਸ਼ਿਪ ਨਾਲ ਨਿਵਾਜਿਆ। ਫੈਲੋਸ਼ਿਪ ਕਦੋਂ ਲੱਗੀ? ਫੈਲੋਸ਼ਿਪ ਹੁੰਦਾ ਉਹ ਵਜ਼ੀਫਾ ਹੀ ਹੁੰਦਾ ਇੱਕ ਤਰੀਕੇ ਦਾ। ਕਿੱਥੇ ਨਿਵਾਜਿਆ ਇਹਨਾਂ ਨੂੰ? ਬੰਬੇ ਯੂਨੀਵਰਸਿਟੀ ਦੇ ਵਿੱਚ। ਕਿਹੜੇ ਵਿਭਾਗ ਦੇ ਵਿੱਚ? 1934 ਦੇ ਵਿੱਚ ਦਮੋਦਰ ਹਾਲ ਦੀ ਪਰੇਡ ਛੱਡ ਕੇ ਰਾਜਗ੍ਰਹਿ ਦਾਦਰ ਬੰਬੇ ਵਿਖੇ ਰਹਿਣ ਲੱਗ ਗਏ। ਇਹ ਦਿਨੋਂ ਬਦਿਨ ਵੱਧ ਰਹੀ ਲਾਇਬ੍ਰੇਰੀ ਦੇ ਸਹੀ ਰੱਖ ਰਖਾਅ ਲਈ ਕੀਤਾ ਗਿਆ। 27 ਮਈ 1935 ਦੇ ਵਿੱਚ ਡਾਕਟਰ ਅੰਬੇਦਕਰ ਦੀ ਪਤਨੀ ਸ਼੍ਰੀਮਤੀ ਰਾਮਾਬਾਈ ਅੰਬੇਦਕਰ ਦਾ ਦੇਹਾਂਤ ਹੋ ਜਾਂਦਾ। ਇਹ ਡੇਟ ਤੁਸੀਂ ਯਾਦ ਰੱਖ ਲਿਓ, 27 ਮਈ 1935 ਨੂੰ। 1907 ਦੇ ਵਿੱਚ ਵਿਆਹ ਹੋਇਆ ਸੀ ਇਹਨਾਂ ਦਾ ਤੇ ਵਿਆਹ ਤੋਂ ਤਕਰੀਬਨ 28 ਸਾਲ ਬਾਅਦ ਰਾਮਾਬਾਈ ਜੋ ਅੰਬੇਦਕਰ ਜੀ ਦੇ ਪਤਨੀ ਸੀਗੇ ਉਹਨਾਂ ਦੀ ਡੈਥ ਹੋ ਜਾਂਦੀ ਹੈ। ਜੂਨ 1935 ਦੇ ਵਿੱਚ ਸਰਕਾਰੀ ਲਾਅ ਕਾਲਜ ਬੰਬੇ ਦੇ ਪ੍ਰਿੰਸੀਪਲ ਨਿਯੁਕਤ ਕੀਤੇ ਗਏ। ਨਿਆਂ ਸ਼ਾਸਤਰ ਦੇ ਟੈਰੀ ਪ੍ਰੋਫੈਸਰ ਵੀ ਨਿਯੁਕਤ ਕੀਤੇ ਗਏ। ਯਾਨੀ ਜੂਨ 1935 ਦੇ ਵਿੱਚ ਹੀ ਨਿਆਂ ਸ਼ਾਸਤਰ ਦੇ ਪੈਰੀ ਪ੍ਰੋਫੈਸਰ ਵੀ ਨਿਯੁਕਤ ਹੋਏ ਹੈ। 13 ਅਕਤੂਬਰ 1935 ਨੂੰ ਯੋਲਾ ਜ਼ਿਲ੍ਹਾ ਨਾਸਿਕ ਵਿਖੇ ਡਾਕਟਰ ਅੰਬੇਦਕਰ ਦੀ ਪ੍ਰਧਾਨਗੀ ਹੇਠ ਇਤਿਹਾਸਕ ਧਰਮ ਪਰਿਵਰਤਨ ਸੰਬੰਧੀ ਕਾਨਫਰੰਸ ਕੀਤੀ ਗਈ। ਉਹਨਾਂ ਨੇ ਦਲਿਤ ਵਰਗਾਂ ਨੂੰ ਸਲਾਹ ਦਿੱਤੀ ਕਿ ਹਿੰਦੂ ਧਰਮ ਤਿਆਗ ਕੇ ਕੋਈ ਹੋਰ ਧਰਮ ਅਪਣਾ ਲੈਣਾ। ਉਹਨਾਂ ਨੇ ਐਲਾਨ ਕੀਤਾ, ਮੈਂ ਹਿੰਦੂ ਧਰਮ ਵਿੱਚ ਪੈਦਾ ਹੋਇਆ, ਜੋ ਮੇਰੇ ਵੱਸ ਦੀ ਗੱਲ ਨਹੀਂ ਸੀ, ਪਰ ਇਹ ਮੇਰੇ ਵੱਸ ਵਿੱਚ ਹੈ ਕਿ ਮੈਂ ਹਿੰਦੂ ਰਹਿੰਦੇ ਮਰਾਂਗਾ ਨਹੀਂ। ਉਹਨਾਂ ਨੇ ਆਪਣੇ ਪੈਰੋਕਾਰਾਂ ਨੂੰ ਫਿਰ ਸਲਾਹ ਵੀ ਦਿੱਤੀ ਕਿ ਉਹ ਕਾਲਾ ਰਾਮ ਮੰਦਿਰ ਪ੍ਰਵੇਸ਼ ਦਾ ਅੰਦੋਲਨ ਛੱਡ ਦੇਣ। ਕੁਐਸਚਨ ਇਸ ਤਰ੍ਹਾਂ ਵੀ ਆ ਜਾਂਦਾ ਵੀ ਜਿਹੜਾ ਇਹ ਉਹਨਾਂ ਨੇ ਐਲਾਨ ਕੀਤਾ ਸੀਗਾ ਇਹ ਕਿੱਥੇ ਕੀਤਾ ਸੀ? ਜ਼ਿਲ੍ਹਾ ਨਾਸਿਕ ਯੋਲਾ ਦੇ ਵਿੱਚ। ਕਦੋਂ ਕੀਤਾ ਸੀ? 13 ਅਕਤੂਬਰ 1935 ਦੇ ਵਿੱਚ। ਦਸੰਬਰ 1935 ਦੇ ਵਿੱਚ ਡਾਕਟਰ ਅੰਬੇਦਕਰ ਨੂੰ ਜਾਤ ਪਾਤ ਤੋੜੋ ਮੰਡਲ ਲਾਹੌਰ ਵੱਲੋਂ ਆਈ ਕਾਨਫਰੰਸ ਦੀ ਪ੍ਰਧਾਨਗੀ ਕਰਨ ਦੇ ਲਈ ਬੁਲਾਇਆ ਗਿਆ, ਜਿਸ ਦੇ ਲਈ ਡਾਕਟਰ ਅੰਬੇਦਕਰ ਨੇ ਆਪਣਾ ਇਤਿਹਾਸਕ ਭਾਸ਼ਣ ਜਾਤ ਪਾਤ ਦਾ ਬੀਜ ਨਾਸ਼ ਤਿਆਰ ਕੀਤਾ। ਮੰਡਲ ਨੇ ਕਾਨਫਰੰਸ ਰੱਦ ਕਰ ਦਿੱਤੀ ਇਸ ਲਈ ਕਿ ਡਾਕਟਰ ਅੰਬੇਦਕਰ ਦੇ ਵਿਚਾਰ ਕ੍ਰਾਂਤੀਕਾਰੀ ਸਨ। ਅੰਤ ਵਿੱਚ ਡਾਕਟਰ ਅੰਬੇਦਕਰ ਨੇ ਪ੍ਰਧਾਨਗੀ ਤੋਂ ਨਾ ਕਰ ਦਿੱਤੀ ਤੇ 1937 ਵਿੱਚ ਆਪਣਾ ਭਾਸ਼ਣ ਕਿਤਾਬੀ ਰੂਪ ਵਿੱਚ ਛਪਵਾ ਦਿੱਤਾ। 1936 ਦੇ ਵਿੱਚ ਪੂਨਾ ਵਿਖੇ ਦਲਿਤ ਵਰਗਾਂ ਦੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਡਾਕਟਰ ਅੰਬੇਦਕਰ ਨੇ ਯੋਲਾ ਕਾਨਫਰੰਸ ਦੇ ਵਿੱਚ ਹਿੰਦੂ ਧਰਮ ਛੱਡਣ ਦਾ ਆਪਣਾ ਫੈਸਲਾ ਦ੍ਰਿੜ ਕੀਤਾ। ਇਸ ਕਾਨਫਰੰਸ ਦੀ ਪ੍ਰਧਾਨਗੀ ਰਾਓ ਬਹਾਦਰ ਐਨ ਸ਼ਿਵਾਰਾਜ ਨੇ ਕੀਤੀ। 29 ਫਰਵਰੀ 1936 ਨੂੰ ਪੂਰਬੀ ਖੰਦੇਸ਼ ਦੇ ਚਮਾਰਾ ਮੋਚੀਆਂ ਨੇ ਡਾਕਟਰ ਅੰਬੇਦਕਰ ਦੇ ਧਰਮ ਬਦਲੀ ਫੈਸਲੇ ਦਾ ਸਮਰਥਨ ਕੀਤਾ। 30 ਮਈ 1936 ਨੂੰ ਬੰਬੇ ਪ੍ਰੈਜ਼ੀਡੈਂਸੀ ਧਰਮ ਬਦਲੀ ਕਾਨਫਰੰਸ ਬੰਬੇ ਇਲਾਕਾ ਮਹਾਰ ਪਰਿਸ਼ਦ ਮਹਾਰਾ ਨੇ ਨਏ ਗਾਉਂ ਦਾਦਰ ਵਿਖੇ ਧਰਮ ਬਦਲੀ ਬਾਰੇ ਵਿਚਾਰਾਂ ਕਰਨ ਲਈ ਕਾਨਫਰੰਸ ਕੀਤੀ। ਸ਼੍ਰੀ ਸੂਬਾ ਰਾਓ, ਜਿਸ ਨੂੰ ਲੋਕੀ ਹੈਦਰਾਬਾਦੀ ਅੰਬੇਦਕਰ ਕਹਿ ਕੇ ਸਤਿਕਾਰਦੇ ਸਨ। ਕੁਐਸਚਨ ਇਸ ਤਰ੍ਹਾਂ ਬਣ ਜਾਂਦਾ ਕਿ ਹੈਦਰਾਬਾਦੀ ਅੰਬੇਦਕਰ ਕਿਸ ਨੂੰ ਕਹਿੰਦੇ ਸਨ? ਸ਼੍ਰੀ ਸੂਬਾ ਰਾਏ ਨੂੰ। ਜਾਂ ਸ਼੍ਰੀ ਸੂਬਾ ਰਾਏ ਨੂੰ ਕੀ ਕਹਿ ਕੇ ਹੋਰ ਸਤਿਕਾਰਦੇ ਸਨ? ਹੈਦਰਾਬਾਦੀ ਅੰਬੇਦਕਰ। ਸਵੇਰ ਨੂੰ ਹਾਜ਼ਰ ਸਾਧਾ ਸੰਤਾਂ ਨੇ ਇੱਥੇ ਆਪਣੀ ਕਾਨਫਰੰਸ ਵਿੱਚ ਦਾੜੀ ਮੁੱਛਾਂ ਮਨਾ ਕੇ ਹਿੰਦੂਵਾਦ ਦੇ ਆਪਣੇ ਚਿੰਨ੍ਹ ਤਿਆਗ ਦਿੱਤੇ। ਕੁਐਸਚਨ ਇਸ ਤਰ੍ਹਾਂ ਬਣ ਜਾਂਦਾ ਕਿ ਸਾਧਾ ਸੰਤਾਂ ਨੇ ਆਪਣੀ ਕਾਨਫਰੰਸ ਵਿੱਚ ਦਾੜੀ ਮੁੱਛਾਂ ਮਨਾ ਕੇ ਜਿਹੜੇ ਚਿੰਨ੍ਹ ਤਿਆਗੇ ਸੀ, ਕਿੱਥੇ ਤਿਆਗੇ ਸੀ? ਉਹ ਨਏ ਗਾਉਂ ਦਾਦਰ ਦੇ ਵਿੱਚ। ਨੈਕਸਟ 15 ਜੂਨ 1936 ਨੂੰ ਬੰਬੇ ਦੀਆਂ ਦੇਵਦਾਸੀਆਂ ਨੇ ਧਰਮ ਬਦਲੀ ਦੇ ਡਾਕਟਰ ਅੰਬੇਦਕਰ ਦੇ ਮਤੇ ਦੇ ਸਮਰਥਨ ਵਿੱਚ ਕਾਨਫਰੰਸ ਕੀਤੀ। 18 ਜੂਨ 1936 ਨੂੰ ਸਿੱਖ ਧਰਮ ਵਿੱਚ ਜਾਣ ਬਾਰੇ ਅੰਬੇਦਕਰ ਮੂੰਝੇ ਗੱਲਬਾਤ ਹੋਈ। ਇਹਨਾਂ ਨੇ ਇੱਕ ਵਾਰ ਇਹ ਵੀ ਸੋਚਿਆ ਕਿ ਸਿੱਖ ਧਰਮ ਨੂੰ ਜੁਆਇਨ ਕੀਤਾ ਜਾਵੇ। 23 ਜੂਨ ਨੂੰ ਧਰਮ ਬਦਲੀ ਦੇ ਸਮਰਥਨ ਦੇ ਵਿੱਚ ਮੰਤਰੀ ਪਰਿਸ਼ਦ ਨੇ ਸਮਰਥਨ ਕੀਤਾ। ਅਗਸਤ ਦੇ ਵਿੱਚ ਡਾਕਟਰ ਅੰਬੇਦਕਰ ਨੇ ਆਜ਼ਾਦ ਮਜ਼ਦੂਰ ਦਲ ਨਾਂ ਦੀ ਰਾਜਨੀਤਿਕ ਪਾਰਟੀ ਸ਼ੁਰੂ ਕੀਤੀ,
ਜੋ ਬੰਬਈ ਵਿਧਾਨ ਕੌਂਸਲ ਵਿੱਚ ਬੜੀ ਮਜ਼ਬੂਤ ਧਿਰ ਬਣੀ। 18 ਸਤੰਬਰ ਨੂੰ ਡਾਕਟਰ ਅੰਬੇਦਕਰ ਨੇ ਇੱਕ 13 ਮੈਂਬਰੀ ਡੈਲੀਗੇਸ਼ਨ ਸਿੱਖ ਧਰਮ ਦੇ ਅਧਿਐਨ ਦੇ ਲਈ ਗੋਲਡਨ ਟੈਂਪਲ ਅੰਮ੍ਰਿਤਸਰ ਭੇਜਿਆ। 11 ਨਵੰਬਰ 1937 ਨੂੰ ਡਾਕਟਰ ਅੰਬੇਦਕਰ ਨੇ ਮਿਊਨਿਸਪਲ ਵਰਕਰਜ਼ ਯੂਨੀਅਨ ਬੰਬਈ ਦਾ ਗਠਨ ਕੀਤਾ। 17 ਫਰਵਰੀ ਨੂੰ ਭਾਰਤ ਸਰਕਾਰ ਦੇ ਐਕਟ 1935 ਅਨੁਸਾਰ ਪਹਿਲੀਆਂ ਆਮ ਚੋਣਾਂ ਹੋਈਆਂ। ਡਾਕਟਰ ਅੰਬੇਦਕਰ ਬੰਬਈ ਵਿਧਾਨ ਅਸੈਂਬਲੀ ਲਈ ਚੁਣੇ ਗਏ। ਕੁੱਲ ਸੀਟਾਂ 175, ਰਾਖਵੀਆਂ ਸੀਟਾਂ 15। ਡਾਕਟਰ ਅੰਬੇਦਕਰ ਦੇ ਆਜ਼ਾਦ ਮਜ਼ਦੂਰ ਦਲ ਨੇ 17 ਸੀਟਾਂ ਤੇ ਜਿੱਤ ਹਾਸਲ ਕੀਤੀ। ਯਾਨੀ ਦੇਖੋ 1935 ਦੇ ਵਿੱਚ ਆਮ ਚੋਣਾਂ ਹੋਈਆਂ ਸੀਗੀਆਂ ਤੇ ਡਾਕਟਰ ਅੰਬੇਦਕਰ ਜਿਹੜੇ ਸੀਗੇ ਬੰਬਈ ਵਿਧਾਨ ਅਸੈਂਬਲੀ ਦੇ ਲਈ ਚੁਣੇ ਗਏ ਸੀ। ਡਾਕਟਰ ਅੰਬੇਦਕਰ ਦੇ ਜਿਹੜੇ ਆਜ਼ਾਦ ਮਜ਼ਦੂਰ ਦਲ ਨੇ 17 ਸੀਟਾਂ ਜਿੱਤ ਕੇ ਜਿੱਤ ਹਾਸਲ ਪ੍ਰਾਪਤ ਕੀਤੀ ਸੀ। 17 ਮਾਰਚ ਨੂੰ ਮਹਾੜ ਤਲਾਬ ਦੇ ਮੁਕੱਦਮੇ ਦਾ ਫੈਸਲਾ ਦਲਿਤ ਵਰਗਾਂ ਦੇ ਹੱਕ ਵਿੱਚ ਹੋਇਆ, ਜਿਸ ਨਾਲ ਇਹਨਾਂ ਨੂੰ ਸਰਵਜਨਕ ਖੂਹਾਂ ਤੇ ਤਲਾਬਾਂ ਤੋਂ ਪਾਣੀ ਲੈਣ ਦਾ ਕਾਨੂੰਨੀ ਅਧਿਕਾਰ ਮਿਲ ਗਿਆ। 31 ਜੁਲਾਈ ਨੂੰ ਡਾਕਟਰ ਅੰਬੇਦਕਰ ਦਾ 40 ਗਾਉਂ ਰੇਲਵੇ ਸਟੇਸ਼ਨ ਤੇ ਸ਼ਾਨਦਾਰ ਸਵਾਗਤ ਹੋਇਆ। 17 ਸਤੰਬਰ ਨੂੰ ਡਾਕਟਰ ਅੰਬੇਦਕਰ ਨੇ ਮਹਾਰ ਵਤਨ ਦੇ ਖਾਤਮੇ ਲਈ ਇੱਕ ਬਿੱਲ ਅਸੈਂਬਲੀ ਦੇ ਵਿੱਚ ਪੇਸ਼ ਕੀਤਾ। 31 ਦਸੰਬਰ ਨੂੰ ਸ਼ੋਲਾਪੁਰ ਜ਼ਿਲ੍ਹਾ ਡੀਸੀ ਕਾਨਫਰੰਸ ਦੀ ਪ੍ਰਧਾਨਗੀ ਕਰਨ ਜਾਂਦਿਆਂ ਅਤੇ ਰਸਤੇ ਵਿੱਚ ਪੰਦਰਪੁਰ ਵਿਖੇ ਸ਼ਾਨਦਾਰ ਸਵਾਗਤ ਕੀਤਾ ਗਿਆ। 4 ਜਨਵਰੀ 1938 ਨੂੰ ਸ਼ੋਲਾਪੁਰ ਮਿਊਨਿਸਪਲ ਕੌਂਸਲ ਦੁਆਰਾ ਸਵਾਗਤ ਕੀਤਾ ਗਿਆ। ਜਨਵਰੀ 1938 ਕਾਂਗਰਸ ਪਾਰਟੀ ਨੇ ਅਛੂਤਾਂ ਦਾ ਨਾਮ ਹਰੀਜਨ ਰੱਖਣ ਲਈ ਬਿੱਲ ਲਿਆਂਦਾ। ਯਾਨੀ ਸਭ ਤੋਂ ਪਹਿਲਾਂ ਦੇਖੋ ਹਰੀਜਨ ਰੱਖਣ ਦਾ ਜਿਹੜਾ ਬਿੱਲ ਸੀਗਾ ਉਹ ਕਿਸ ਪਾਰਟੀ ਨੇ ਲਿਆਂਦਾ? ਕਾਂਗਰਸ ਪਾਰਟੀ ਨੇ। ਕਦੋਂ ਲਿਆਂਦਾ? ਜਨਵਰੀ 1938 ਈਸਵੀ ਨੂੰ। ਹਰੀਜਨ ਦਾ ਭਾਵ ਕੀ ਹੈ? ਰੱਬ ਦਾ ਪੁੱਤਰ। ਇਹ ਤੁਸੀਂ ਜ਼ਰੂਰ ਯਾਦ ਰੱਖਣਾ ਹੈ ਕਿ ਹਰੀਜਨ ਦਾ ਭਾਵ ਕੀ ਹੈ? ਰੱਬ ਦਾ ਪੁੱਤਰ। ਡਾਕਟਰ ਅੰਬੇਦਕਰ ਨੇ ਬਿੱਲ ਦਾ ਤਿੱਖਾ ਵਿਰੋਧ ਕੀਤਾ ਕਿਉਂਕਿ ਕੇਵਲ ਨਾਂ ਦੀ ਤਬਦੀਲੀ ਨਾਲ ਉਹਨਾਂ ਦੀ ਹਾਲਤ ਸੁਧਰਨ ਵਾਲੀ ਨਹੀਂ ਸੀ। ਡਾਕਟਰ ਅੰਬੇਦਕਰ ਨੇ ਕਿਸ ਬਿੱਲ ਦਾ ਤਿੱਖਾ ਵਿਰੋਧ ਕੀਤਾ? ਹਰੀਜਨ ਰੱਖਣ ਦਾ ਜਿਹੜਾ ਬਿੱਲ ਸੀਗਾ ਉਹਦਾ ਤਿੱਖਾ ਵਿਰੋਧ ਕੀਤਾ ਸੀ। ਕਿਉਂ ਕੀਤਾ ਸੀ? ਕਿਉਂਕਿ ਉਹ ਸਮਝਦੇ ਸੀਗੇ ਵੀ ਜਿਹੜੀ ਨਾਂ ਦੀ ਤਬਦੀਲੀ ਕਰਤੀ ਤਾਂ ਇਸ ਦੇ ਨਾਲ ਜਿਹੜੀ ਉਹਨਾਂ ਦੀ ਹਾਲਤ ਹੈ ਉਹ ਨਹੀਂ ਸੁਧਰ ਸਕਦੀ। ਤੇ ਡਾਕਟਰ ਅੰਬੇਦਕਰ ਦੇ BK ਗਾਇਕਵਾੜ ਨੇ ਕਾਨੂੰਨੀ ਵਰਤੋਂ ਵਿੱਚ ਹਰੀਜਨ ਨਾਂ ਦੀ ਕਰੜੀ ਆਲੋਚਨਾ ਕੀਤੀ। ਜਦੋਂ ਸੱਤਾਧਾਰੀ ਪਾਰਟੀ ਨੇ ਬਹੁਮਤ ਦੇ ਜ਼ੋਰ ਤੇ ਬਿੱਲ ਪਾਸ ਕਰਵਾ ਲਿਆ ਤਾਂ ਡਾਕਟਰ ਅੰਬੇਦਕਰ ਦੀ ਅਗਵਾਈ ਦੇ ਵਿੱਚ ਰੋਸ ਵਜੋਂ ਆਜ਼ਾਦ ਮਜ਼ਦੂਰ ਦਲ ਦੇ ਮੈਂਬਰਾਂ ਨੇ ਸਦਨ ਦੇ ਵਿੱਚ ਵਾਕਆਊਟ ਕੀਤਾ। ਯਾਨੀ ਬਿੱਲ ਜਿਹੜਾ ਇਹ ਸੱਤਾਧਾਰੀ ਪਾਰਟੀ ਵੱਲੋਂ ਪਾਸ ਕਰਵਾ ਲਿਆ ਗਿਆ ਸੀ ਜ਼ੋਰ ਲਾ ਕੇ। ਫਿਰ ਡਾਕਟਰ ਅੰਬੇਦਕਰ ਜੀ ਨੇ ਬੰਬਈ ਅਸੈਂਬਲੀ ਸਾਹਮਣੇ ਕਿਸਾਨਾਂ ਦੇ ਮੁਜ਼ਾਹਰੇ ਦੀ ਅਗਵਾਈ ਕੀਤੀ ਤੇ ਖੇਤੀ ਵਿਵਸਥਾ ਦੇ ਖਾਤਮੇ ਦਾ ਡਾਕਟਰ ਅੰਬੇਦਕਰ ਦਾ ਬਿੱਲ ਪਾਸ ਕਰਨ ਦੀ ਮੰਗ ਕੀਤੀ। 23 ਜਨਵਰੀ 1938 ਨੂੰ ਡਾਕਟਰ ਅੰਬੇਦਕਰ ਨੇ ਅਹਿਮਦਾਬਾਦ ਵਿਖੇ ਕਿਸਾਨਾਂ ਦੀ ਕਾਨਫਰੰਸ ਨੂੰ ਸੰਬੋਧਨ ਕੀਤਾ। 12-13 ਫਰਵਰੀ ਡਾਕਟਰ ਅੰਬੇਦਕਰ ਨੇ ਮਨਵਾਦ ਜ਼ਿਲ੍ਹਾ ਨਾਸਿਕ ਵਿਖੇ ਰੇਲਵੇ ਕਾਮਿਆਂ ਦੀ ਇਤਿਹਾਸਕ ਕਾਨਫਰੰਸ ਨੂੰ ਸੰਬੋਧਨ ਕੀਤਾ। ਅਪ੍ਰੈਲ 1938 ਨੂੰ ਡਾਕਟਰ ਅੰਬੇਦਕਰ ਨੇ ਦੇਸ਼ ਹਿੱਤ ਵਿੱਚ ਵੱਖਰਾ ਕਰਨਾਟਕ ਰਾਜ ਬਣਾਏ ਜਾਣ ਦਾ ਵਿਰੋਧ ਕੀਤਾ। ਮਈ 1938 ਨੂੰ ਡਾਕਟਰ ਅੰਬੇਦਕਰ ਨੇ ਸਰਕਾਰੀ ਲਾਅ ਕਾਲਜ ਬੰਬਈ ਦੇ ਪ੍ਰਿੰਸੀਪਲ ਦੇ ਅਹੁਦੇ ਤੋਂ ਤਿਆਗ ਪੱਤਰ ਦੇ ਦਿੱਤਾ। ਯਾਨੀ ਜਿਹੜੇ ਉਹਨਾਂ ਨੇ ਲਾਅ ਕਾਲਜ ਦੇ ਵਿੱਚ ਜਿਹੜੇ ਪ੍ਰਿੰਸੀਪਲ ਬਣੇ ਹੋਏ ਸੀਗੇ ਉਹਨਾਂ ਨੇ 1938 ਦੇ ਵਿੱਚ ਉੱਥੋਂ ਜਿਹੜਾ ਆਪਣਾ ਰਿਜ਼ਾਈਨ ਦੇ ਦਿੱਤਾ ਸੀ। ਤੇ 13 ਤੋਂ 21 ਮਈ ਤੱਕ ਡਾਕਟਰ ਅੰਬੇਦਕਰ ਕੋਂਕਣ ਖੇਤਰ ਦੇ ਦੌਰੇ ਤੇ ਗਏ। ਇਹ ਇੱਕ ਕੋਰਟ ਕੇਸ ਦੇ ਸਬੰਧ ਵਿੱਚ ਨਾਗਪੁਰ ਵੀ ਗਏ। ਅਗਸਤ ਦੇ ਵਿੱਚ ਫਿਰ RM ਭੱਟ ਹਾਈ ਸਕੂਲ ਬੰਬੇ ਵਿਖੇ ਇੱਕ ਮੀਟਿੰਗ ਕਰਕੇ ਗਾਂਧੀ ਦੇ ਦ੍ਰਿਸ਼ਟੀਕੋਣ ਦਾ ਪਰਦਾਫਾਸ਼ ਕੀਤਾ ਗਿਆ, ਜੋ ਨਹੀਂ ਚਾਹੁੰਦਾ ਸੀ ਕਿ ਦਲਿਤ ਵਰਗਾਂ ਦੇ ਕਿਸੇ ਬੰਦੇ ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਜਗ੍ਹਾ ਮਿਲੇ। ਯਾਨੀ ਕੌਣ ਇਹ ਗੱਲ ਨਹੀਂ ਚਾਹੁੰਦਾ ਸੀ ਕਿ ਦਲਿਤ ਵਰਗਾਂ ਦੇ ਕਿਸੇ ਬੰਦੇ ਨੂੰ ਕੇਂਦਰੀ ਮੰਤਰੀ ਮੰਡਲ ਜਗ੍ਹਾ ਮਿਲੇ? ਮਹਾਤਮਾ ਗਾਂਧੀ ਨਹੀਂ ਚਾਹੁੰਦਾ ਸੀ। ਸਤੰਬਰ 1938 ਦੇ ਵਿੱਚ ਹੀ ਬੰਬਈ ਅਸੈਂਬਲੀ ਵਿੱਚ ਉਹ ਸਨਅਤੀ ਵਿਵਾਦਾਂ ਵਾਲੇ ਬਿੱਲ ਤੇ ਬੋਲੇ। ਉਹਨਾਂ ਨੇ ਬਿੱਲ ਦਾ ਸਖਤ ਵਿਰੋਧ ਵੀ ਕੀਤਾ ਕਿਉਂਕਿ ਕਾਮਿਆਂ ਦੁਆਰਾ ਹੜਤਾਲ ਕਰਨ ਦੇ ਹੱਕ ਦੇ ਵਿਰੋਧ ਵਿੱਚ ਸੀ। ਡਾਕਟਰ ਅੰਬੇਦਕਰ ਨੇ ਕਿਹਾ, ਜੇ ਕਾਂਗਰਸੀ ਕਹਿੰਦੇ ਹਨ ਕਿ ਸਵੈ ਰਾਜ ਉਹਨਾਂ ਦਾ ਜਨਮ ਸਿੱਧ ਅਧਿਕਾਰ ਹੈ ਤਾਂ ਹੜਤਾਲ ਕਰਨਾ ਵੀ ਮਜ਼ਦੂਰਾਂ ਦਾ ਜਨਮ ਸਿੱਧ ਅਧਿਕਾਰ ਹੈ। ਇਹ ਗੱਲ ਵੀ ਜਿਸ ਤਰ੍ਹਾਂ ਕੁਐਸਚਨ ਬਣ ਕੇ ਆ ਸਕਦੀ ਹੈ ਵੀ ਇਹ ਜਿਹੜੀ ਗੱਲ ਹੈ ਜੇ ਕਾਂਗਰਸੀ ਕਹਿੰਦੇ ਹਨ ਇਹ ਕਿਸ ਨੇ ਕਹੀ? ਡਾਕਟਰ ਅੰਬੇਦਕਰ ਨੇ ਕਹੀ। ਕਿਸ ਦੇ ਹੱਕ ਵਿੱਚ ਕਹੀ ਸੀ ਇਹ ਗੱਲ? ਮਜ਼ਦੂਰਾਂ ਦੇ ਹੱਕ ਵਿੱਚ ਕਹੀ ਸੀ ਇਹ ਗੱਲ। 1938 ਅਕਤੂਬਰ ਦੇ ਵਿੱਚ ਅਹਿਮਦਾਬਾਦ ਨੇੜੇ ਬਵਾਲਾ ਵਿਖੇ ਵੱਡੀ ਇਕੱਤਰਤਾ ਨੂੰ ਸੰਬੋਧਨ ਕੀਤਾ। ਵਾਪਸੀ ਤੇ ਪ੍ਰੇਮ ਭਾਈ ਹਾਲ ਅਹਿਮਦਾਬਾਦ ਵਿੱਚ ਇੱਕ ਹੋਰ ਮੀਟਿੰਗ ਨੂੰ ਸੰਬੋਧਨ ਕੀਤਾ। 6 ਨਵੰਬਰ 1938 ਨੂੰ ਡਾਕਟਰ ਅੰਬੇਦਕਰ
ਨਿਰੰਕਰ ਡਾਂਗੇ ਪਸ਼ਾਲਕਰ ਦੀ ਅਗਵਾਈ ਵਿੱਚ ਸਨਅਤੀ ਕਾਮਿਆਂ ਦੀ ਹੜਤਾਲ ਦਾ ਸਮਰਥਨ ਕੀਤਾ ਗਿਆ। ਨਾਮਸਰ ਮੈਦਾਨ ਤੋਂ ਜੰਬੋਰੀ ਮੈਦਾਨ ਵਰਲੀ ਤੱਕ ਮਾਰਚ ਕੱਢਿਆ ਗਿਆ। ਡਾਕਟਰ ਅੰਬੇਦਕਰ ਨੇ ਜਮਨਾ ਦਾਸ ਮਹਿਤਾ ਨਾਲ ਮਜ਼ਦੂਰ ਖੇਤਰਾਂ ਦਾ ਦੌਰਾ ਕੀਤਾ। 10 ਨਵੰਬਰ 1938 ਨੂੰ ਬੰਬਈ ਅਸੈਂਬਲੀ ਵਿੱਚ ਡਾਕਟਰ ਅੰਬੇਦਕਰ ਨੇ ਇੱਕ ਮਤਾ ਪੇਸ਼ ਕੀਤਾ ਕਿ ਜਨਮ ਦਰ ਅਤੇ ਜਨਸੰਖਿਆ ਕੰਟਰੋਲ ਕਰਨ ਲਈ ਨਵੇਂ ਢੰਗ ਤਰੀਕੇ ਅਪਣਾਏ ਜਾਣ। ਦਸੰਬਰ 1938 ਦੇ ਵਿੱਚ ਨਿਜ਼ਾਮ ਦੇ ਰਾਜ ਵਿੱਚ ਮਹਾੜ ਵਿਖੇ ਪਹਿਲੀ ਦਲਿਤ ਵਰਗਾਂ ਦੀ ਜਿਹੜੀ ਕਾਨਫਰੰਸ ਹੋਈ ਸੀ ਉਸ ਨੂੰ ਸੰਬੋਧਨ ਕੀਤਾ। 1939 ਜਨਵਰੀ 18 ਦੇ ਵਿੱਚ ਯਾਨੀ 18 ਜਨਵਰੀ 1939 ਦੇ ਵਿੱਚ ਰਾਜਕੋਟ ਵਿਖੇ ਵੱਡੀ ਇਕੱਤਰਤਾ ਨੂੰ ਸੰਬੋਧਨ ਕੀਤਾ। 19 ਜਨਵਰੀ ਨੂੰ ਅੰਬੇਦਕਰ ਗਾਂਧੀ ਦੀ ਗੱਲਬਾਤ ਹੋਈ। 29 ਜਨਵਰੀ ਨੂੰ ਫਿਰ ਗੋਖਲੇ ਸਕੂਲ ਆਫ ਪੋਲਿਟਿਕਸ ਐਂਡ ਇਕਨੋਮਿਕਸ ਪੂਨਾ ਵਿਖੇ ਯਾਦਗਾਰੀ ਭਾਸ਼ਣ ਦਿੱਤਾ ਜੋ ਭਾਰਤ ਸਰਕਾਰ ਦੇ ਐਕਟ 1935 ਵਿੱਚ ਆਲ ਇੰਡੀਆ ਫੈਡਰੇਸ਼ਨ ਸਕੀਮ ਬਾਰੇ ਸੀ। ਇਹ ਭਾਸ਼ਣ ਮਾਰਚ 1947 ਨੂੰ ਫੈਡਰੇਸ਼ਨ ਬਨਾਮ ਫਰੀडम ਸਰਲੇਖ ਹੇਠ ਛਪਿਆ। ਯਾਨੀ ਜਿਹੜਾ ਇਹਨਾਂ ਨੇ ਭਾਸ਼ਣ ਦਿੱਤਾ ਸੀਗਾ ਗੋਖਲੇ ਸਕੂਲ ਆਫ ਪੋਲਿਟਿਕਸ ਐਂਡ ਇਕਨੋਮਿਕਸ ਪੂਨਾ ਵਿਖੇ, ਇਹ ਫਿਰ ਇਹਦਾ ਭਾਸ਼ਣ ਛਪਿਆ ਵੀ ਸੀਗਾ ਫੈਡਰੇਸ਼ਨ ਬਨਾਮ ਫਰੀडम ਦੇ ਸਰਲੇਖ, ਮਤਲਬ ਕਿ ਇਹ ਇਹਦਾ ਜਿਹੜਾ ਵਿਸ਼ਾ ਜਿਹੜਾ ਬਣਿਆ ਸੀਗਾ ਉਸ ਦੇ ਵਿੱਚ ਜਿਹੜਾ ਹੈਗਾ ਇਹ ਜਿਹੜਾ ਭਾਸ਼ਣ ਜਿਹੜਾ ਇਹ ਛਪਿਆ ਸੀ। ਜੁਲਾਈ ਦੇ ਵਿੱਚ ਫਿਰ ਰੋਹੀਦਾਸ ਵਿਦਿਆ ਕਮੇਟੀ ਦੁਆਰਾ ਆਯੋਜਿਤ ਮੀਟਿੰਗ ਨੂੰ ਸੰਬੋਧਨ ਕੀਤਾ। ਅਕਤੂਬਰ ਦੇ ਵਿੱਚ ਡਾਕਟਰ ਅੰਬੇਦਕਰ ਨੇ ਨਹਿਰੂ ਪਹਿਲੀ ਵਾਰ ਮਿਲੇ। ਯਾਨੀ 1939 ਅਕਤੂਬਰ ਦੇ ਵਿੱਚ ਜਵਾਹਰ ਲਾਲ ਨਹਿਰੂ ਤੇ ਅੰਬੇਦਕਰ ਇਹ ਪਹਿਲੀ ਵਾਰ ਮਿਲੇ ਸੀ। ਕੁਐਸਚਨ ਬਣ ਕੇ ਆ ਸਕਦਾ ਹੈ ਪਹਿਲੀ ਵਾਰ ਅੰਬੇਦਕਰ ਤੇ ਨਹਿਰੂ ਕਦੋਂ ਮਿਲੇ? 1939 ਦੇ ਵਿੱਚ ਅਕਤੂਬਰ ਮਹੀਨੇ ਦੇ ਵਿੱਚ। ਫਿਰ ਦਸੰਬਰ 1939 ਦੇ ਵਿੱਚ ਡਾਕਟਰ ਅੰਬੇਦਕਰ ਦੀ ਪ੍ਰਧਾਨਗੀ ਹੇਠ ਮਹਾਰਾਂ ਅਤੇ ਮਹਾਰ ਵਤਨਦਾਰਾਂ ਦੀਆਂ ਸਮੱਸਿਆਵਾਂ ਬਾਰੇ ਹਰੇਗਾਂਵ ਵਿਖੇ ਮੀਟਿੰਗ ਹੋਈ। ਮਈ 1940 ਦੇ ਵਿੱਚ ਡਾਕਟਰ ਅੰਬੇਦਕਰ ਨੇ ਮਹਾਰ ਪੰਚਾਇਤ ਸਥਾਪਿਤ ਕੀਤੀ। 22 ਜੁਲਾਈ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਡਾਕਟਰ ਅੰਬੇਦਕਰ ਨੂੰ ਬੰਬਈ ਵਿਖੇ ਮਿਲੇ। ਸੁਭਾਸ਼ ਚੰਦਰ ਬੋਸ ਕਦੋਂ ਮਿਲੇ ਸੀ ਇਹਨਾਂ ਨੂੰ? 22 ਜੁਲਾਈ 1940 ਦੇ ਵਿੱਚ। ਦਸੰਬਰ ਦੇ ਵਿੱਚ ਆਪਣੀ ਪੁਸਤਕ ਪਾਕਿਸਤਾਨ ਬਾਰੇ ਵਿਚਾਰ ਛਪਵਾਈ। ਯਾਨੀ ਪਾਕਿਸਤਾਨ ਬਾਰੇ ਵਿਚਾਰ ਜਿਹੜੀ ਪੁਸਤਕ ਛਪਵਾਈ ਸੀ ਇਹ ਛਪਾਈ ਸੀ 1940 ਦੇ ਵਿੱਚ ਹੀ। ਫਿਰ 1945 ਫਰਵਰੀ ਦੂਜੀ ਐਡੀਸ਼ਨ ਭਾਰਤ ਜਾਂ ਪਾਕਿਸਤਾਨ ਦੀ ਵੰਡ ਸਰਲੇਖ ਹੇਠ ਛਪਵਾਈ। ਤੀਜੀ ਐਡੀਸ਼ਨ 1946 ਦੇ ਵਿੱਚ ਭਾਰਤ ਦੀ ਰਾਜਨੀਤੀ ਪਾਕਿਸਤਾਨ ਜਾਂ ਭਾਰਤ ਦੀ ਵੰਡ, ਇਹਦੇ ਵਿੱਚ ਇਹਨਾਂ ਨੇ ਛਪਵਾਈ ਸੀ। 1941 ਜਨਵਰੀ ਦੇ ਵਿੱਚ ਫੌਜ ਵਿੱਚ ਮਹਾਰਾਂ ਦੀ ਭਰਤੀ ਦਾ ਮੁੱਦਾ ਉਠਾਇਆ। ਨਤੀਜੇ ਵਜੋਂ ਮਹਾਰ ਬਟਾਲੀਅਨ ਸ਼ੁਰੂ ਕੀਤੀ ਗਈ। 25 ਮਈ ਨੂੰ ਮਹਾਰ ਡਾਇਨੈਸਟੀ ਪੰਚਾਇਤ ਸਮਿਤੀ ਬਣਾਈ। ਜੁਲਾਈ ਦੇ ਵਿੱਚ ਰੱਖਿਆ ਸਲਾਹਕਾਰ ਕਮੇਟੀ ਵਿੱਚ ਨਿਯੁਕਤ ਕੀਤੇ ਗਏ। ਅਗਸਤ ਦੇ ਵਿੱਚ ਮਹਾਰ ਵਤਨਦਾਰਾਂ ਉੱਤੇ ਟੈਕਸ ਲਾਏ ਜਾਣ ਦਾ ਵਿਰੋਧ ਕਰਨ ਦੇ ਲਈ ਸਿਨਾਰ ਵਿਖੇ ਕਾਨਫਰੰਸ ਕੀਤੀ। ਟੈਕਸ ਨਾ ਦਿਓ ਮੁਹਿੰਮ ਚਲਾਈ। ਗਵਰਨਰ ਨੂੰ ਮਿਲੇ। ਅੰਤ ਟੈਕਸ ਖਤਮ ਕਰ ਦਿੱਤਾ ਗਿਆ ਤੇ ਮਹਾਰਾ ਮਾਗਾ ਤੇ ਦੇਵਦਾਸੀਆਂ ਦੀ ਇੱਕ ਸਾਂਝੀ ਬੰਬਈ ਇਲਾਕਾ ਕਾਨਫਰੰਸ ਡਾਕਟਰ ਅੰਬੇਦਕਰ ਦੀ ਅਗਵਾਈ ਵਿੱਚ ਕੀਤੀ ਗਈ। ਅਪ੍ਰੈਲ 1942 ਦੇ ਵਿੱਚ ਨਾਗਪੁਰ ਵਿਖੇ ਆਲ ਇੰਡੀਆ ਸ਼ੈਡਿਊਲਡ ਕਾਸਟ ਫੈਡਰੇਸ਼ਨ ਦੀ ਸਥਾਪਨਾ ਕੀਤੀ। 18 ਜੁਲਾਈ ਨੂੰ ਨਾਗਪੁਰ ਵਿਖੇ ਆਲ ਇੰਡੀਆ ਡਿਪਰੈਸਡ ਕਲਾਸਿਸ ਦੀ ਕਾਨਫਰੰਸ ਨੂੰ ਸੰਬੋਧਨ ਕੀਤਾ। 1942 ਦੇ ਵਿੱਚ ਵਾਇਸਰਾਏ ਦੀ ਕਾਰਜਕਾਰਨੀ ਕੌਂਸਲ ਵਿਖੇ ਬਤੌਰ ਲੇਬਰ ਮੈਂਬਰ ਨਾਮਜ਼ਦ ਕੀਤੇ ਗਏ। ਦਸੰਬਰ ਦੇ ਵਿੱਚ ਡਾਕਟਰ ਅੰਬੇਦਕਰ ਨੇ ਭਾਰਤ ਵਿੱਚ ਅਛੂਤਾਂ ਦੀਆਂ ਸਮੱਸਿਆਵਾਂ ਬਾਰੇ ਪੇਪਰ ਕੈਨੇਡਾ ਵਿਖੇ ਹੋਈ ਇੰਸਟੀਚਿਊਟ ਆਫ ਪੈਸੀਫਿਕ ਰਿਲੇਸ਼ਨਸ ਕਾਨਫਰੰਸ ਲਈ ਲਿਖਿਆ। ਇਹ ਪੇਪਰ ਦਸੰਬਰ 1942 ਦੇ ਵਿੱਚ ਗਾਂਧੀ ਅਤੇ ਅਛੂਤਾਂ ਦਾ ਕਲਿਆਣ ਸਰਲੇਖ ਹੇਠ ਕਿਤਾਬੀ ਰੂਪ ਵਿੱਚ ਛਪਿਆ। ਇਹ ਕੁਐਸਚਨ ਬਣ ਕੇ ਆ ਸਕਦਾ ਹੈ ਗਾਂਧੀ ਅਤੇ ਅਛੂਤਾਂ ਦਾ ਕਲਿਆਣ ਜਿਹੜਾ ਸੀਗਾ ਇਸ ਸਰਲੇਖ ਹੇਠ ਜਿਹੜੀ ਕਿਤਾਬ ਛਪੀ ਸੀ ਕਦੋਂ ਛਪੀ ਸੀ? 1942 ਦੇ ਵਿੱਚ। 1944 ਦੇ ਵਿੱਚ 1944 ਡਾਕਟਰ ਅੰਬੇਦਕਰ ਨੇ ਦ ਬਿਲਡਿੰਗ ਟਰਸਟ ਐਂਡ ਦੀ ਸ਼ੈਡਿਊਲਡ ਕਾਸਟ ਇੰਪਰੂਵਮੈਂਟ ਟਰਸਟ ਦੀ ਸਥਾਪਨਾ ਕੀਤੀ। ਇਹ ਵੀ ਕੁਐਸਚਨ ਬੜਾ ਇੰਪੋਰਟੈਂਟ ਬਣ ਸਕਦਾ ਕਿ ਦ ਬਿਲਡਿੰਗ ਟਰਸਟ ਐਂਡ ਦੀ ਸ਼ੈਡਿਊਲਡ ਕਾਸਟ ਇੰਪਰੂਵਮੈਂਟ ਟਰਸਟ ਇਹਦੀ ਸਥਾਪਨਾ ਕਦੋਂ ਕੀਤੀ ਗਈ? 1944 ਦੇ ਵਿੱਚ। 6 ਮਈ ਨੂੰ ਆਲ ਇੰਡੀਆ ਐਮਸੀ ਫੈਡਰੇਸ਼ਨ ਦੀ ਸਾਲਾਨਾ ਕਾਨਫਰੰਸ ਨੂੰ ਪਾਰਲ ਬੰਬਈ ਵਿਖੇ ਸੰਬੋਧਨ ਕੀਤਾ। ਬਾਅਦ ਵਿੱਚ ਇਹ ਭਾਸ਼ਣ ਦੀ ਕਮਿਊਨਲ ਡੈਡਲੌਕ ਐਂਡ ਏ ਵੇ ਟੂ ਸੋਲਵ ਇਟ ਸਰਲੇਖ ਤਹਿਤ ਛਪਿਆ। ਜੂਨ ਦੇ ਵਿੱਚ ਡਾਕਟਰ ਅੰਬੇਦਕਰ ਨੇ ਆਪਣੀ ਪੁਸਤਕ ਕਾਂਗਰਸ ਤੇ ਗਾਂਧੀ ਨੇ ਅਛੂਤਾਂ ਲਈ ਕੀ ਕੀਤਾ ਛਪਵਾਈ, ਜਿਸ ਵਿੱਚ ਅਛੂਤਾਂ ਦੀਆਂ ਰਾਜਨੀਤਿਕ ਸੁਰੱਖਿਆਤਾਵਾਂ ਬਾਰੇ
ਲਹਿਰ ਤੇ ਖੂਬ ਚਰਚਾ ਕੀਤੀ ਗਈ। ਡਾਕਟਰ ਅੰਬੇਦਕਰ ਸ਼ਿਮਲਾ ਕਾਨਫਰੰਸ ਵਿੱਚ ਸ਼ਾਮਲ ਹੋਏ। ਜੁਲਾਈ ਦੇ ਵਿੱਚ ਬੰਬੇ ਵਿੱਚ ਪੀਪਲਜ਼ ਐਜੂਕੇਸ਼ਨ ਸੁਸਾਇਟੀ ਦੀ ਸਥਾਪਨਾ ਕੀਤੀ। 1946 ਦੇ ਵਿੱਚ ਬ੍ਰਿਟਿਸ਼ ਡੈਲੀਗੇਸ਼ਨ ਸਾਹਮਣੇ ਗਵਾਹੀ ਦਿੱਤੀ। ਅਪ੍ਰੈਲ ਦੇ ਵਿੱਚ ਯਾਨੀ ਅਪ੍ਰੈਲ ਜਿਹੜਾ ਅੱਗੇ ਚੱਲਦਾ ਹੁੰਦਾ ਕੱਲਾ ਅਪ੍ਰੈਲ, ਇਹਦਾ ਮਤਲਬ ਕੀ ਆ ਕਿ 1946 ਵਾਲਾ ਅਪ੍ਰੈਲ ਬੰਬਈ ਵਿੱਚ ਸਿਧਾਰਥ ਆਰਟਸ ਤੇ ਸਾਇੰਸ ਕਾਲਜ ਸ਼ੁਰੂ ਕੀਤਾ। ਦੇਖੋ ਇਹਨਾਂ ਦਾ ਕਾਲਜ ਜਿਹੜੇ ਬਣਾਏ ਸੀਗੇ ਉਹ ਕਿਹੜੇ ਸੰਨ ਵਿੱਚ ਬਣਾਏ? 1946 ਦੇ ਵਿੱਚ। ਕਿੱਥੇ ਬਣਾਇਆ ਸੀ? ਬੰਬੇ ਦੇ ਵਿੱਚ ਸਿਧਾਰਥ ਆਰਟਸ ਤੇ ਸਾਇੰਸ ਕਾਲਜ ਬਣਾਇਆ ਸੀਗਾ। ਮਈ ਦੇ ਵਿੱਚ ਡਾਕਟਰ ਅੰਬੇਦਕਰ ਦੁਆਰਾ ਸ਼ੁਰੂ ਕੀਤੀ ਗਈ ਭਾਰਤ ਭੂਸ਼ਣ ਪ੍ਰਿੰਟਿੰਗ ਪ੍ਰੈਸ ਦਲਿਤ ਵਰਗਾ ਤੇ ਜਾਤੀ ਹਿੰਦੂਆਂ ਦੀਆਂ ਝੜਪਾਂ ਦੌਰਾਨ ਸਾੜ ਦਿੱਤੀ ਗਈ। 20 ਜੂਨ ਯਾਨੀ 1946 ਨੂੰ ਹੀ ਸਿਧਾਰਥ ਕਾਲਜ ਜਿਹੜਾ ਸ਼ੁਰੂ ਕਰ ਦਿੱਤਾ ਗਿਆ। ਸਤੰਬਰ 1946 ਵਿੱਚ ਹੀ ਡਾਕਟਰ ਅੰਬੇਦਕਰ ਲੰਡਨ ਗਏ ਅਤੇ ਅੰਗਰੇਜ਼ ਸਰਕਾਰ ਤੇ ਵਿਰੋਧੀ ਪਾਰਟੀ ਤੇ ਜ਼ੋਰ ਪਾਇਆ ਕਿ ਜੋ ਧੱਕਾ ਦਲਿਤ ਵਰਗਾਂ ਨਾਲ ਕੈਬਨਿਟ ਮਿਸ਼ਨ ਨੇ ਕੀਤਾ ਉਸ ਨੂੰ ਦੂਰ ਕਰਨ ਦੇ ਲਈ ਭਾਰਤ ਨੂੰ ਆਜ਼ਾਦੀ ਮਿਲਣ ਤੇ ਦਲਿਤ ਵਰਗਾਂ ਨੂੰ ਸੁਰੱਖਿਅਤਾਵਾਂ ਸੰਵਿਧਾਨ ਦੇ ਵਿੱਚ ਦਰਜ ਕੀਤੀਆਂ ਜਾਣ। ਫਿਰ 13 ਅਕਤੂਬਰ ਨੂੰ ਯਾਨੀ ਸੰਨ 1946 ਦੀ ਗੱਲ ਚੱਲ ਰਹੀ ਹੈ, ਡਾਕਟਰ ਅੰਬੇਦਕਰ ਨੇ ਆਪਣੀ ਕਿਤਾਬ ਸ਼ੂਦਰ ਕੌਣ ਸਨ, ਇਹ ਇਹਨਾਂ ਦੀ ਬਹੁਤ ਜਿਹੜੀ ਆ ਫੇਮਸ ਕਿਤਾਬ ਸੀਗੀ ਸ਼ੂਦਰ ਕੌਣ ਸਨ, ਅਤੇ ਜਿਹੜੀ ਆਰੀਅਨ ਸਮਾਜ ਦਾ ਚੌਥਾ ਵਰਨ ਕਿਵੇਂ ਬਣੇ, ਬਹੁਤ ਹੀ ਫੇਮਸ ਜਿਹੜੀਆਂ ਇਹਨਾਂ ਦੀਆਂ ਕਿਤਾਬਾਂ ਸੀਗੀਆਂ ਜਿਹੜੀ ਇਹਨਾਂ ਨੇ 13 ਅਕਤੂਬਰ 1946 ਨੂੰ ਛਪਵਾਈਆਂ ਸੀ। ਡਾਕਟਰ ਅੰਬੇਦਕਰ ਭਾਰਤ ਦੀ ਸੰਵਿਧਾਨ ਅਸੈਂਬਲੀ ਮੈਂਬਰ ਚੁਣੇ ਗਏ। ਯਾਨੀ ਭਾਰਤ ਦੀ ਸੰਵਿਧਾਨ ਅਸੈਂਬਲੀ ਦੇ ਮੈਂਬਰ ਕਦੋਂ ਚੁਣੇ ਗਏ? ਇਹ ਵੀ ਅਕਤੂਬਰ 1946 ਦੇ ਵਿੱਚ ਚੁਣੇ ਗਏ। ਪਹਿਲਾ ਭਾਸ਼ਣ ਕਦੋਂ ਦਿੱਤਾ ਉਹਨਾਂ ਨੇ? ਨਵੰਬਰ 1946 ਦੇ ਵਿੱਚ, ਜਿਹੜਾ ਸੰਵਿਧਾਨ ਦੇ ਵਿੱਚ ਦਿੱਤਾ ਸੀ ਉਹਨਾਂ ਨੇ ਸੰਵਿਧਾਨ ਅਸੈਂਬਲੀ ਦੇ ਵਿੱਚ। ਤੇ ਕਿਸ ਉੱਤੇ ਗੱਲ ਕੀਤੀ ਸੀ ਉਹਨਾਂ ਨੇ? ਮਜ਼ਬੂਤ ਅਤੇ ਸੰਗਠਿਤ ਭਾਰਤ ਤੇ ਜ਼ੋਰ ਦਿੱਤਾ ਸੀ। ਇਸ ਮੁੱਦੇ ਤੇ ਉਹਨਾਂ ਨੇ ਫਿਰ ਗੱਲ ਕੀਤੀ ਸੀ। 1947 ਮਾਰਚ ਦੇ ਵਿੱਚ ਮੂਲ ਅਧਿਕਾਰਾਂ, ਘੱਟ ਗਿਣਤੀਆਂ ਦੇ ਅਧਿਕਾਰਾਂ, ਦਲਿਤ ਵਰਗਾਂ ਲਈ ਸੁਰੱਖਿਅਤਾਵਾਂ ਤੇ ਭਾਰਤੀ ਰਾਜਾਂ ਦੀਆਂ ਸਮੱਸਿਆਵਾਂ ਬਾਰੇ ਰਾਜ ਅਤੇ ਘੱਟ ਗਿਣਤੀਆਂ ਮੈਮੋਰੰਡਮ ਛਪਵਾਇਆ। 29 ਅਪ੍ਰੈਲ ਨੂੰ ਛੂਆ-ਛਾਤ ਦੇ ਖਾਤਮੇ ਲਈ ਭਾਰਤੀ ਸੰਵਿਧਾਨ ਦੀ ਧਾਰਾ 17 ਨੂੰ ਸੰਵਿਧਾਨ ਅਸੈਂਬਲੀ ਵਿੱਚ ਸਰਦਾਰ ਵੱਲਭ ਭਾਈ ਪਟੇਲ ਨੇ ਪੇਸ਼ ਕੀਤਾ ਜੋ ਪਾਸ ਕਰ ਦਿੱਤੀ ਗਈ। 15 ਅਗਸਤ ਨੂੰ ਭਾਰਤ ਨੂੰ ਆਜ਼ਾਦੀ ਮਿਲੀ। ਹੁਣ 15 ਅਗਸਤ 1947 ਪਹੁੰਚ ਚੁੱਕਿਆ ਸੀ ਜਦੋਂ ਭਾਰਤ ਨੂੰ ਆਜ਼ਾਦੀ ਮਿਲ ਚੁੱਕੀ ਸੀ। ਕਾਂਗਰਸ ਪਾਰਟੀ ਦੇ ਬੰਬਈ ਵਿਧਾਨ ਸਭਾ ਦੇ ਮੈਂਬਰਾਂ ਨੇ ਡਾਕਟਰ ਅੰਬੇਦਕਰ ਨੂੰ ਸੰਵਿਧਾਨ ਅਸੈਂਬਲੀ ਲਈ ਚੁਣ ਲਿਆ ਗਿਆ। ਉਹ ਨਹਿਰੂ ਦੀ ਕੈਬਨਿਟ ਵਿੱਚ ਸ਼ਾਮਲ ਹੋ ਗਏ। ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ। ਕੁਐਸਚਨ ਆ ਸਕਦਾ ਹੈ ਕਿ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਕੌਣ ਬਣੇ? ਡਾਕਟਰ BR ਅੰਬੇਦਕਰ। ਕਦੋਂ ਬਣੇ? 1947 ਦੇ ਵਿੱਚ। ਸੰਵਿਧਾਨ ਅਸੈਂਬਲੀ ਨੇ ਉਹਨਾਂ ਨੂੰ ਖਰੜਾ ਕਮੇਟੀ ਲਈ ਚੁਣਿਆ ਗਿਆ ਜਿਸ ਨੇ 29 ਅਗਸਤ 1947 ਨੂੰ ਆਪਣਾ ਚੇਅਰਮੈਨ ਚੁਣ ਲਿਆ। ਨੈਕਸਟ ਫਿਰ 1948 ਫਰਵਰੀ ਨੂੰ ਡਾਕਟਰ ਅੰਬੇਦਕਰ ਨੇ ਭਾਰਤੀ ਗਣਰਾਜ ਦਾ ਖਰੜਾ ਸੰਵਿਧਾਨ ਮੁਕੰਮਲ ਕੀਤਾ। ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਇਹ ਕਿ ਉਹਨਾਂ ਨੇ ਜਿਹੜਾ ਭਾਰਤੀ ਗਣਰਾਜ ਦਾ ਖਰੜਾ ਸੰਵਿਧਾਨ ਮੁਕੰਮਲ ਕਦੋਂ ਕੀਤਾ? ਫਰਵਰੀ 1948 ਦੇ ਵਿੱਚ। ਫਿਰ ਅਪ੍ਰੈਲ 15 ਨੂੰ ਦਿੱਲੀ ਦੇ ਵਿੱਚ ਡਾਕਟਰ ਸ਼ਾਰਦਾ ਕਬੀਰ ਨਾਲ ਦੂਜੀ ਸ਼ਾਦੀ ਕਰਵਾਈ। ਇਹਨਾਂ ਦਾ ਦੂਜਾ ਵਿਆਹ ਹੋਇਆ 15 ਅਪ੍ਰੈਲ 1948 ਈਸਵੀ ਨੂੰ ਡਾਕਟਰ ਸ਼ਾਰਦਾ ਕਬੀਰ ਨਾਲ। ਫਿਰ ਨੈਕਸਟ ਅਕਤੂਬਰ ਦੇ ਵਿੱਚ ਛੂਆ-ਛਾਤ ਦੇ ਮੂਲ ਮੁੱਢ ਬਾਰੇ ਖੋਜ ਪੱਤਰ ਅਛੂਤ ਨਾਂ ਦਾ ਗ੍ਰੰਥ ਛਪਵਾਇਆ। ਆਪਣਾ ਮੈਮੋਰੰਡਮ ਮਹਾਰਾਸ਼ਟਰ ਇੱਕ ਸੂਬਾ ਜਿਸ ਨਾਲ ਬੇਇਨਸਾਫੀ ਕੀਤੀ ਗਈ। ਭਾਸ਼ਾਈ ਸੂਬਿਆਂ ਬਾਰੇ ਕਮਿਸ਼ਨ ਧਾਰ ਕਮਿਸ਼ਨ ਨੂੰ ਸੌਂਪਿਆ। ਨੈਕਸਟ ਵਿੱਚ 4 ਅਕਤੂਬਰ ਨੂੰ ਸੰਵਿਧਾਨ ਅਸੈਂਬਲੀ ਵਿੱਚ ਸੰਵਿਧਾਨ ਦਾ ਖਰੜਾ ਪੇਸ਼ ਕੀਤਾ ਗਿਆ। ਇਹ ਵੀ ਬਹੁਤ ਇੰਪੋਰਟੈਂਟ ਹੈ ਵੀ ਸੰਵਿਧਾਨ ਅਸੈਂਬਲੀ ਦੇ ਵਿੱਚ ਸੰਵਿਧਾਨ ਦਾ ਖਰੜਾ ਕਦੋਂ ਪੇਸ਼ ਕੀਤਾ ਗਿਆ? 4 ਅਕਤੂਬਰ ਨੂੰ। 20 ਨਵੰਬਰ ਨੂੰ ਸੰਵਿਧਾਨ ਅਸੈਂਬਲੀ ਨੇ ਛੂਆ-ਛਾਤ ਦੇ ਖਾਤਮੇ ਬਾਰੇ ਧਾਰਾ 17 ਨੂੰ ਪਾਸ ਕੀਤਾ। ਯਾਨੀ ਜਿਹੜਾ ਛੂਆ-ਛਾਤ ਦੀ ਖਾਤਮੇ ਵਾਲੀ ਧਾਰਾ 17 ਸੀ ਉਹਨੂੰ ਪਾਸ ਕਦੋਂ ਕੀਤਾ ਗਿਆ? ਨਵੰਬਰ 20 1948 ਨੂੰ। ਫਿਰ 1949 ਜਨਵਰੀ ਭਾਰਤ ਦੇ ਕਾਨੂੰਨ ਮੰਤਰੀ ਡਾਕਟਰ ਅੰਬੇਦਕਰ ਨੇ ਹੈਦਰਾਬਾਦ ਦੱਖਣ ਦਾ ਦੌਰਾ ਕੀਤਾ। 15 ਜਨਵਰੀ ਡਾਕਟਰ ਅੰਬੇਦਕਰ ਦੇ ਪ੍ਰਸ਼ੰਸਕਾਂ ਨੇ ਮਨਮਾਦ ਵਿਖੇ ਉਹਨਾਂ ਨੂੰ ਥੈਲੀ ਭੇਂਟ ਕੀਤੀ। ਇੱਥੇ ਉਹਨਾਂ ਨੇ ਵੱਡੀ ਇਕੱਤਰਤਾ ਨੂੰ ਸੰਬੋਧਨ ਕੀਤਾ। ਜਨਵਰੀ 21 ਨੂੰ ਤਜਵੀਜ਼ ਅਧੀਨ ਕਾਲਜ ਸ਼ੁਰੂ ਕਰਨ ਸੰਬੰਧੀ ਔਰੰਗਾਬਾਦ ਠਹਿਰੇ ਅਤੇ ਅਜੰਤਾ ਅਲੋਰਾ ਦੀਆਂ ਗੁਫਾਵਾਂ ਵੀ ਦੇਖੀਆਂ। ਮਾਰਚ ਦੇ ਵਿੱਚ ਕਾਲਜ ਦਾ ਕੰਮਕਾਜ ਦੇਖਣ ਅਤੇ ਮੈਡੀਕਲ ਚੈੱਕਅਪ ਦੇ ਲਈ ਬੰਬੇ ਗਏ। ਨਵੰਬਰ ਦੇ ਵਿੱਚ ਕਾਲਜ ਦੇ ਕੰਮਕਾਜ ਅਤੇ ਸਿਹਤ ਦੇ ਚੈੱਕਅਪ ਦੇ ਲਈ ਬੰਬਈ ਆਏ। 1950 ਜਨਵਰੀ ਨੂੰ ਹਿੰਦੂ ਕੋਡ ਬਿੱਲ ਬਾਰੇ ਸਿਧਾਰਥ ਕਾਲਜ ਦੀ ਪਾਰਲੀਮੈਂਟ ਨੂੰ ਸੰਬੋਧਨ ਕੀਤਾ। ਇਹ ਬਹੁਤ ਇੰਪੋਰਟੈਂਟ ਹੈ। ਹਿੰਦੂ ਕੋਡ ਬਿੱਲ ਇਸ ਦੇ ਬਾਰੇ ਕਿੱਥੇ ਸੰਬੋਧਨ ਕੀਤਾ? ਸਿਧਾਰਥ ਕਾਲਜ ਦੇ ਵਿੱਚ। ਕਦੋਂ ਕੀਤਾ? 1950 ਦੇ ਵਿੱਚ।
ਸ਼ਾਮ ਨੂੰ ਨਰੇ ਪਾਰਕ ਮੈਦਾਨ ਬੰਬੇ ਵਿਖੇ ਉਹਨਾਂ ਨੂੰ ਚਾਂਦੀ ਦੀ ਜਿਲਦ ਵਿੱਚ ਸਜਾਇਆ ਭਾਰਤੀ ਸੰਵਿਧਾਨ ਭੇਂਟ ਕੀਤਾ ਗਿਆ। ਚਾਂਦੀ ਦੇ ਜਿਲਦ ਵਿੱਚ ਕਿਸ ਨੂੰ ਸਜਾਇਆ ਗਿਆ? ਭਾਰਤੀ ਸੰਵਿਧਾਨ ਨੂੰ। ਮਈ ਦੇ ਵਿੱਚ ਯਾਨੀ ਮਈ 1950 ਵਿੱਚ ਹੀ ਕਲਕੱਤਾ ਮਹਾਬੋਧੀ ਸੁਸਾਇਟੀ ਦੇ ਮੈਗਜ਼ੀਨ ਵਿੱਚ ਡਾਕਟਰ ਅੰਬੇਦਕਰ ਦਾ ਲੇਖ ਬੁੱਧ ਅਤੇ ਉਹਨਾਂ ਦੇ ਧਰਮ ਦਾ ਭਵਿੱਖ ਛਪਿਆ। ਡਾਕਟਰ ਅੰਬੇਦਕਰ ਨੇ ਹਿੰਦੂ ਔਰਤਾਂ ਦੀ ਚੜ੍ਹਤ ਅਤੇ ਪਤਨ ਵਿਸ਼ੇ ਤੇ ਸੰਬੋਧਨ ਕੀਤਾ। ਦਿੱਲੀ ਵਿੱਚ ਬੁੱਧ ਜਯੰਤੀ ਦੇ ਮੌਕੇ ਤੇ ਕੀਤੀ ਗਈ ਮੀਟਿੰਗ ਦੇ ਵਿੱਚ ਬੁੱਧ ਧਰਮ ਦੇ ਗੁਣੀ ਲਾਭ ਵਿਸ਼ੇ ਤੇ ਭਾਸ਼ਣ ਦਿੱਤਾ। 1 ਸਤੰਬਰ ਨੂੰ ਭਾਰਤੀ ਗਣਰਾਜ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਨੇ ਮਿਲੰਦ ਮਹਾਵਿਦਿਆਲਿਆ ਔਰੰਗਾਬਾਦ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਡਾਕਟਰ ਅੰਬੇਦਕਰ ਨੇ ਭਾਸ਼ਣ ਦਿੱਤਾ ਜੋ ਸ਼੍ਰੀ ਸੁਰਬੜੇ ਬੰਬਈ ਕੋਲ ਛਪੇ ਰੂਪ ਦੇ ਵਿੱਚ ਹੈ। ਦਸੰਬਰ ਦੇ ਵਿੱਚ ਯਾਨੀ ਦਸੰਬਰ 1950 ਦੇ ਵਿੱਚ ਅੰਤਰਰਾਸ਼ਟਰੀ ਬੁੱਧ ਸਿੱਟ ਕਾਨਫਰੰਸ ਵਿੱਚ ਹਿੱਸਾ ਲੈਣ ਦੇ ਲਈ ਡੈਲੀਗੇਟ ਤੌਰ ਤੇ ਕੋਲੰਬੋ ਗਏ। ਫਿਰ 1951 ਦੇ ਵਿੱਚ ਕਾਨੂੰਨ ਮੰਤਰੀ ਡਾਕਟਰ ਅੰਬੇਦਕਰ ਨੇ ਸੰਸਦ ਦੇ ਵਿੱਚ ਹਿੰਦੂ ਕੋਡ ਬਿੱਲ ਪੇਸ਼ ਕੀਤਾ। ਬਹੁਤ ਇੰਪੋਰਟੈਂਟ ਕੁਐਸਚਨ ਹੈ। ਹਿੰਦੂ ਕੋਡ ਬਿੱਲ ਸੰਸਦ ਦੇ ਵਿੱਚ ਕਦੋਂ ਪੇਸ਼ ਕੀਤਾ ਗਿਆ? 1951 ਦੇ ਵਿੱਚ 1951 15 ਅਪ੍ਰੈਲ 1951 ਨੂੰ ਨਵੀਂ ਦਿੱਲੀ ਵਿੱਚ ਡਾਕਟਰ ਅੰਬੇਦਕਰ ਭਵਨ ਦਾ ਨੀਂਹ ਪੱਥਰ ਰੱਖਿਆ ਗਿਆ। ਬਹੁਤ ਇੰਪੋਰਟੈਂਟ ਕੁਐਸਚਨ, ਡਾਕਟਰ ਅੰਬੇਦਕਰ ਭਵਨ ਦਾ ਦਿੱਲੀ ਦੇ ਵਿੱਚ ਨੀਂਹ ਪੱਥਰ ਕਦੋਂ ਰੱਖਿਆ ਗਿਆ? ਅਪ੍ਰੈਲ 15 ਦੇ ਵਿੱਚ ਜਾਂ ਕਿੱਥੇ ਰੱਖਿਆ ਗਿਆ ਵੀ ਕੁਐਸਚਨ ਬਣ ਸਕਦਾ ਹੈ, ਨਵੀਂ ਦਿੱਲੀ ਦੇ ਵਿੱਚ। ਫਿਰ ਜੁਲਾਈ 1951 1951 ਦੇ ਵਿੱਚ ਭਾਰਤੀਆਂ ਬੁੱਧਾ ਜਨਸੰਘ ਦੀ ਸ਼ੁਰੂਆਤ ਕੀਤੀ। ਸਤੰਬਰ ਦੇ ਵਿੱਚ ਬੁੱਧ ਸਿੱਟ ਪ੍ਰਾਰਥਨਾ ਪੁਸਤਕ ਬੁੱਧ ਉਪਾਸਨਾ ਪੱਥ ਤਿਆਰ ਕੀਤੀ। ਸਤੰਬਰ 9 1950 ਨੂੰ ਡਾਕਟਰ ਅੰਬੇਦਕਰ ਨੇ ਨਹਿਰੂ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ। ਇਹ ਵੀ ਬਹੁਤ ਇੰਪੋਰਟੈਂਟ ਹੈ ਕਿ ਨਹਿਰੂ ਮੰਤਰੀ ਮੰਡਲ ਦਾ ਅਸਤੀਫਾ ਕਦੋਂ ਦਿੱਤਾ? ਸਤੰਬਰ 1950 9 ਤਰੀਕ ਸੀ। ਹੋਰ ਕਾਰਨਾਂ ਤੋਂ ਇਲਾਵਾ ਵੱਡਾ ਕਾਰਨ ਸੀ। ਕਾਰਨ ਕੀ ਸੀ? ਇਹ ਵੀ ਕੁਐਸਚਨ ਬਣ ਸਕਦਾ ਹੈ ਕਿ ਮੰਤਰੀ ਮੰਡਲ ਨੇ ਹਿੰਦੂ ਕੋਡ ਬਿੱਲ ਤੋਂ ਆਪਣਾ ਸਮਰਥਨ ਹਟਾ ਲਿਆ। ਪ੍ਰਧਾਨ ਮੰਤਰੀ ਨਹਿਰੂ ਦੇ ਇਸ ਐਲਾਨ ਤੇ ਭਰੋਸੇ ਦੇ ਬਾਵਜੂਦ ਕਿ ਉਸਦੀ ਸਰਕਾਰ ਹਿੰਦੂ ਕੋਡ ਬਿੱਲ ਦੇ ਨਾਲ ਹੀ ਤਰੇਗੀ ਜਾਂ ਡੁੱਬੇਗੀ, ਡਾਕਟਰ ਅੰਬੇਦਕਰ ਨੇ ਆਪਣਾ ਭਾਸ਼ਣ ਹਿੰਦੂ ਇਸਤਰੀਆਂ ਦੀ ਚੜ੍ਹਤ ਤੇ ਪਤਨ ਕਿਤਾਬ ਰੂਪ ਦੇ ਵਿੱਚ ਛਪਵਾਇਆ। ਫਿਰ ਸਤੰਬਰ 19 ਨੂੰ ਵਿਆਹ ਅਤੇ ਤਲਾਕ ਬਿੱਲ ਤੇ ਸੰਸਦ ਵਿੱਚ ਬਹਿਸ ਹੋਈ। 11 ਅਕਤੂਬਰ ਨੂੰ ਡਾਕਟਰ ਅੰਬੇਦਕਰ ਨੇ ਮੰਤਰੀ ਮੰਡਲ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ। 1952 ਨੂੰ ਭਾਰਤੀ ਗਣਰਾਜ ਦੇ ਸੰਵਿਧਾਨ ਤਹਿਤ ਹੋਈਆਂ ਪਹਿਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੀ ਪਹਿਲੀਆਂ ਲੋਕ ਸਭਾ ਚੋਣਾਂ ਹੋਈਆਂ ਸੀਗੀਆਂ ਉਹ 1952 ਦੇ ਵਿੱਚ ਹੋਈਆਂ। ਉਹਦੇ ਵਿੱਚ ਡਾਕਟਰ ਅੰਬੇਦਕਰ ਦੀ ਹਾਰ ਹੋਈ ਸੀ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਿਹੜੇ ਸੀਗੇ ਸ਼੍ਰੀ NS ਕਜਰੋਲਕਰ ਨੇ ਉਹਨਾਂ ਨੂੰ ਹਰਾਇਆ। ਕਿਹਨਾਂ ਨੇ ਹਰਾਇਆ ਸੀਗਾ? ਸ਼੍ਰੀ NS ਕਜਰੋਲਕਰ। ਮਾਰਚ ਦੇ ਵਿੱਚ ਡਾਕਟਰ ਅੰਬੇਦਕਰ ਬੰਬਈ ਦੇ ਪ੍ਰਤੀਨਿਧ ਵਜੋਂ ਰਾਜ ਸਭਾ ਦੇ ਲਈ ਚੁਣੇ ਗਏ। ਰਾਜ ਸਭਾ ਦੇ ਲਈ ਕਦੋਂ ਚੁਣੇ ਗਏ? ਮਾਰਚ 1952। ਫਿਰ 1 ਜੂਨ ਨੂੰ ਬੰਬਈ ਤੋਂ ਨਿਊਯਾਰਕ ਲਈ ਰਵਾਨਾ ਹੋਏ। 15 ਜੂਨ ਨੂੰ ਫਿਰ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਨੇ ਨਿਊਯਾਰਕ ਵਿੱਚ ਆਪਣੀ 50 ਸਾਲਾ ਵਿਸ਼ੇਸ਼ ਕਨਵੋਕੇਸ਼ਨ ਦੌਰਾਨ LLD ਦੀ ਆਨਰੇਰੀ ਡਿਗਰੀ ਨਾਲ ਨਵਾਜਿਆ। यानी LLD ਦੀ ਜਿਹੜੀ ਆਨਰੇਰੀ ਡਿਗਰੀ ਸੀ ਇਹਨਾਂ ਨੂੰ ਕਿੱਥੇ ਨਵਾਜਿਆ ਗਿਆ? ਕੋਲੰਬੀਆ ਯੂਨੀਵਰਸਿਟੀ ਨਿਊਯਾਰਕ ਜੋ ਕਿੱਥੇ ਹੈ? ਅਮਰੀਕਾ ਦੇ ਵਿੱਚ। ਕਿੰਨਵੀਂ ਕਨਵੋਕੇਸ਼ਨ ਸੀ ਉਹਨਾਂ ਦੀ? 50 ਸਾਲਾ ਸੀ। ਕਦੋਂ ਨਵਾਜਿਆ ਗਿਆ? 15 ਜੂਨ 1952 1952 ਨੂੰ। ਜੂਨ 16 ਨੂੰ ਬੰਬਈ ਵਾਪਸ ਪਰਤ ਗਏ। 16 ਦਸੰਬਰ 1952 ਨੂੰ ਐਲਫਿੰਸਟਨ ਕਾਲਜ ਬੰਬਈ ਦੀ ਸਾਲਾਨਾ ਵਿਸ਼ੇਸ਼ ਇਕੱਤਰਤਾ ਨੂੰ ਸੰਬੋਧਨ ਕੀਤਾ। ਦਸੰਬਰ 22 ਬਾਰ ਕੌਂਸਲ ਪੂਨਾ ਜ਼ਰੂਰੀ ਸ਼ਰਤਾਂ ਵਿਸ਼ੇ ਤੇ ਭਾਸ਼ਣ ਦਿੱਤਾ। 12 ਜਨਵਰੀ 1953 1953 ਨੂੰ ਉਸਮਾਨੀਆ ਯੂਨੀਵਰਸਿਟੀ ਨੇ ਆਨਰੇਰੀ ਡਿਗਰੀ LLD ਨਾਲ ਸਨਮਾਨਿਤ ਕੀਤਾ। ਇਹ ਵੀ ਕੁਐਸਚਨ ਬਣ ਸਕਦਾ ਵੀ ਉਸਮਾਨੀਆ ਯੂਨੀਵਰਸਿਟੀ ਨੇ ਕਿਹੜੀ ਡਿਗਰੀ ਨਾਲ ਸਨਮਾਨਿਤ ਕੀਤਾ? ਆਨਰੇਰੀ ਡਿਗਰੀ LLD। ਕਦੋਂ ਕੀਤਾ? 12 ਜਨਵਰੀ 1953 1953। ਮਾਰਚ ਦੇ ਵਿੱਚ ਫਿਰ ਨਹਿਰੂ ਸਰਕਾਰ ਨੇ ਛੂਆਛਾਤ ਜੁਰਮਾਂ ਬਾਰੇ ਬਿੱਲ ਸੰਸਦ ਵਿੱਚ ਪੇਸ਼ ਕੀਤਾ। ਅਪ੍ਰੈਲ ਦੇ ਵਿੱਚ ਵਿਦਰਭ ਖੇਤਰ ਦੇ ਭੰਡਾਰ ਲੋਕ ਸਭਾ ਹਲਕੇ ਤੋਂ ਉਪ ਚੋਣ ਲੜੀ ਪਰ ਕਾਂਗਰਸ ਦੇ ਉਮੀਦਵਾਰ ਬੋਰਕਰ ਹੱਥੋਂ ਹਾਰੇ। ਮਈ ਦੇ ਵਿੱਚ ਬੰਬਈ ਵਿੱਚ ਸਿਧਾਰਥ ਕਾਲਜ ਕਮਰਸ ਤੇ ਅਰਥ ਸ਼ਾਸਤਰ ਖੋਲ੍ਹਿਆ। ਦਸੰਬਰ ਦੇ ਵਿੱਚ ਸ਼ਾਦੀ ਪੈਰੋਕਾਰਾਂ ਦੀ ਸੇਂਟ ਐਕਸੀਵਰ ਮੈਦਾਨ ਪਾਰਲ ਬੰਬਈ ਵਿਖੇ ਆਲ ਇੰਡੀਆ ਕਾਨਫਰੰਸ ਦਾ ਉਦਘਾਟਨ ਕੀਤਾ। ਇਸ ਮੌਕੇ ਦਾ ਭਾਸ਼ਣ ਸ਼੍ਰੀ ਸੁਰਬੜੇ ਕੋਲ ਹੈ। 1954 ਨੂੰ ਬੁੱਧ ਜਯੰਤੀ ਮੌਕੇ
ਰੰਗੂਨ ਵਿਖੇ ਸਮਾਗਮ ਵਿੱਚ ਸ਼ਾਮਲ ਹੋਏ। ਜੂਨ ਦੇ ਵਿੱਚ ਬੰਗਲੌਰ ਵਿਖੇ ਬੁੱਧਿਸਟ ਸੈਮੀਨਾਰ ਸ਼ੁਰੂ ਕਰਨ ਦੀ ਡਾਕਟਰ ਅੰਬੇਦਕਰ ਦੀ ਯੋਜਨਾ ਲਈ ਮੈਸੂਰ ਦੇ ਮਹਾਰਾਜਾ ਨੇ 5 ਏਕੜ ਜ਼ਮੀਨ ਦਾਨ ਦਿੱਤੀ। ਯਾਨੀ 5 ਏਕੜ ਜ਼ਮੀਨ ਜਿਹੜੀ ਹੈ ਕਿਸ ਨੇ ਦਾਨ ਕੀਤੀ ਸੀ? ਮੈਸੂਰ ਦੇ ਮਹਾਰਾਜਾ ਨੇ। ਕਿਸ ਲਈ ਦਾਨ ਕੀਤੀ? ਅੰਬੇਦਕਰ ਦੀ ਯੋਜਨਾ ਦੇ ਲਈ ਦਾਨ ਕੀਤੀ ਸੀ। ਸਤੰਬਰ 16 ਦੇ ਵਿੱਚ ਰਾਜ ਸਭਾ ਦੇ ਵਿੱਚ ਛੂਆ-ਛਾਤ ਜ਼ੁਲਮਾਂ ਬਾਰੇ ਬਿੱਲ ਤੇ ਬੋਲੇ। 3 ਅਕਤੂਬਰ ਨੂੰ ਮੇਰਾ ਨਿੱਜੀ ਦਰਸ਼ਨ ਬਾਰੇ ਰੇਡੀਓ ਤੇ ਆਪਣੇ ਵਿਚਾਰ ਦਿੱਤੇ। ਰੇਡੀਓ ਤੇ ਉਹਨਾਂ ਨੇ ਕਿਹੜੇ ਆਪਣੇ ਜਿਹੜੇ ਵਿਚਾਰ ਜਿਹੜੇ ਦਿੱਤੇ ਸੀਗੇ? ਮੇਰਾ ਨਿੱਜੀ ਦਰਸ਼ਨ, ਇਸ ਦੇ ਬਾਰੇ ਉਹਨਾਂ ਨੇ ਵਿਚਾਰ ਦਿੱਤੇ ਸੀ। 29 ਅਕਤੂਬਰ ਨੂੰ ਮੁਰੰਦਰੇ ਸਟੇਡੀਅਮ ਨਰੇਗਾਂਵ ਬੰਬਈ ਵਿਖੇ ਬੰਬੇ ਐਸਸੀ ਫੈਡਰੇਸ਼ਨ ਦੇ ਪ੍ਰਧਾਨ ਸ਼੍ਰੀ ਆਰ.ਡੀ. ਭੰਡਾਰ ਨੇ SCF ਵੱਲੋਂ 1,18,000 ਰੁਪਏ ਦੀ ਥੈਲੀ ਡਾਕਟਰ ਅੰਬੇਦਕਰ ਨੂੰ ਭੇਟ ਕੀਤੀ। ਦਸੰਬਰ 3 ਦੇ ਵਿੱਚ ਰੰਗੂਨ ਵਿਖੇ ਹੋਈ ਤੀਜੀ ਵਿਸ਼ਵ ਬੁੱਧਿਸਟ ਕਾਨਫਰੰਸ ਦੇ ਵਿੱਚ ਡੈਲੀਗੇਟ ਵਜੋਂ ਸ਼ਾਮਲ ਹੋਏ। 1955 ਅਪ੍ਰੈਲ 3 ਨੂੰ ਧਰਮ ਕਿਉਂ ਜ਼ਰੂਰੀ ਵਿਸ਼ੇ ਤੇ ਭਾਸ਼ਣ ਦਿੱਤਾ। ਫਿਰ ਮਈ ਦੇ ਵਿੱਚ ਹੀ ਭਾਰਤੀ ਬੌਧ ਮਹਾਸਭਾ ਬੁੱਧਿਸਟ ਸੁਸਾਇਟੀ ਆਫ ਇੰਡੀਆ ਇਹਦੀ ਸਥਾਪਨਾ ਕੀਤੀ। ਫਿਰ ਅਗਸਤ 1955 ਦੇ ਵਿੱਚ ਹੀ ਬੰਬਈ ਰਾਜ ਕਨਿਸ਼ਠਾ ਗਰ ਕਾਮਗਰ ਐਸੋਸੀਏਸ਼ਨ ਦੀ ਸਥਾਪਨਾ ਕੀਤੀ। ਇਸ ਵੀਡੀਓ ਦੇ ਲਾਸਟ ਜਿਹੜਾ ਆਪਣੇ ਕੋਲ ਪੇਜ ਹੈ, ਦਸੰਬਰ ਦੇ ਵਿੱਚ ਦੇਖੋ ਭਾਸ਼ਾਈ ਰਾਜਾਂ ਬਾਰੇ ਪੁਸਤਕ ਭਾਸ਼ਣ ਰਾਜਾਂ ਬਾਰੇ ਵਿਚਾਰਾਂ ਛਪਵਾਈ। ਫਿਰ ਦਸੰਬਰ ਦੇ ਵਿੱਚ ਡੇਹੂ ਰੋਡ ਨੇੜੇ ਪੂਨਾ ਵਿਖੇ ਬੁੱਧ ਦੀ ਪ੍ਰਤਿਮਾ ਸਥਾਪਨਾ ਕੀਤੀ। ਇਹ ਵੀ ਕੁਐਸਚਨ ਬਣ ਸਕਦਾ ਹੈ, ਬੁੱਧ ਦੀ ਪ੍ਰਤਿਮਾ ਜਿਹੜੀ ਹੈ ਕਿੱਥੇ ਸਥਾਪਿਤ ਕੀਤੀ? ਪੂਨਾ ਦੇ ਨੇੜੇ ਡੇਹੂ ਰੋਡ ਦੇ ਉੱਪਰ। ਦਸੰਬਰ 27 ਨੂੰ ਰਾਜਾਂ ਤੇ ਕੇਂਦਰੀ ਲੈਜਿਸਲੇਚਰ ਵਿੱਚ ਰਾਖਵੀਆਂ ਸੀਟਾਂ ਖਿਲਾਫ ਬੋਲੇ। 1956 ਫਰਵਰੀ ਨੂੰ ਬੁੱਧ ਤੇ ਉਹਨਾਂ ਦਾ ਧਰਮ ਗ੍ਰੰਥ ਦਾ ਮੁੱਖ ਬੰਦ ਲਿਖਿਆ। ਰਾਜ ਸਭਾ ਦੇ ਵਿੱਚ ਯਾਨੀ ਫਿਰ 1 ਮਈ 1956 ਨੂੰ ਰਾਜ ਸਭਾ ਦੇ ਵਿੱਚ ਭਾਸ਼ਾ ਦੀ ਰਾਜਾਂ ਬਾਰੇ ਵਿਚਾਰ ਦਿੱਤੇ। BBC ਲੰਡਨ ਤੋਂ ਮੈਂ ਬੁੱਧ ਧਰਮ ਨੂੰ ਕਿਉਂ ਪਸੰਦ ਕਰਦਾ ਹਾਂ ਵਿਸ਼ੇ ਭਾਸ਼ਣ ਦਿੱਤਾ। ਭਾਰਤੀ ਲੋਕਤੰਤਰ ਦੇ ਭਵਿੱਖ ਵਿਸ਼ੇ ਤੇ ਵੌਇਸ ਆਫ ਅਮਰੀਕਾ ਤੋਂ ਵੀ ਵਿਚਾਰ ਪੇਸ਼ ਕੀਤੇ। 24 ਮਈ ਨੂੰ ਬੁੱਧ ਜਯੰਤੀ ਮੌਕੇ ਨਰੇ ਪਾਰਕ ਵਿਖੇ ਮੀਟਿੰਗ ਵਿੱਚ ਸ਼ਾਮਲ ਹੋਏ। ਬੰਬਈ ਦਾ ਪ੍ਰਧਾਨ ਮੰਤਰੀ BG ਖੇਰ ਮੁੱਖ ਮਹਿਮਾਨ ਸੀ। ਬੰਬਈ ਵਿੱਚ ਡਾਕਟਰ ਅੰਬੇਦਕਰ ਦੀ ਅੰਤਮ ਮੀਟਿੰਗ ਸੀ। ਜੂਨ ਦੇ ਵਿੱਚ ਬੰਬਈ ਦੇ ਵਿੱਚ ਸਿਧਾਰਥ ਕਾਲਜ ਆਫ ਲਾਅ ਸ਼ੁਰੂ ਕੀਤਾ। ਫਿਰ 14 ਅਕਤੂਬਰ ਨੂੰ ਇਤਿਹਾਸਕ ਦੀਕਸ਼ਾ ਭੂਮੀ ਨਾਗਪੁਰ ਵਿਖੇ ਆਪਣੇ ਲੱਖਾਂ ਪੈਰੋਕਾਰਾਂ ਨਾਲ ਬੁੱਧ ਧਰਮ ਅਪਣਾ ਲਿਆ। ਬਹੁਤ ਹੀ ਇੰਪੋਰਟੈਂਟ ਕੁਐਸਚਨ, ਬੁੱਧ ਧਰਮ ਇਹਨਾਂ ਨੇ ਕਦੋਂ ਅਪਣਾਇਆ? 14 ਅਕਤੂਬਰ 1956 ਨੂੰ ਅਪਣਾਇਆ। ਕਿੱਥੇ? ਦੀਕਸ਼ਾ ਭੂਮੀ ਨਾਗਪੁਰ ਵਿਖੇ। ਤੇ SCF ਨੂੰ ਭੰਗ ਕਰਕੇ ਰਿਪਬਲਿਕਨ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ। ਨਵੰਬਰ 20 ਨੂੰ ਚੌਥੀ ਵਿਸ਼ਵ ਬੁੱਧਿਸਟ ਕਾਨਫਰੰਸ ਕਠਮੂੰਡ ਵਿਖੇ ਡੈਲੀਗੇਟ ਬਣ ਕੇ ਸ਼ਾਮਲ ਹੋਏ ਤੇ ਆਪਣਾ ਪ੍ਰਸਿੱਧ ਭਾਸ਼ਣ ਬੁੱਧ ਜਾਂ ਕਾਰਲ ਮਾਰਕਸ ਵਿਸ਼ੇ ਤੇ ਦਿੱਤਾ। ਫਿਰ 6 ਦਸੰਬਰ ਨੂੰ ਆਪਣੀ ਰਿਹਾਇਸ਼ 26 ਅਲੀਪੁਰ ਰੋਡ ਨਵੀਂ ਦਿੱਲੀ ਵਿਖੇ ਪ੍ਰੀ ਨਿਰਵਾਣ ਹੋਇਆ। ਫਿਰ ਦਸੰਬਰ 7 ਨੂੰ ਦਾਦਰ ਚੌਪਾਈ ਬੰਬਈ ਵਿਖੇ ਅੰਤਿਮ ਸੰਸਕਾਰ, ਜਿਸ ਨੂੰ ਹੁਣ ਚੈਤਿਆ ਭੂਮੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪ੍ਰੀ ਨਿਰਵਾਣ ਦਾ ਮਤਲਬ ਹੈ ਕਿ ਉਹਨਾਂ ਦੀ ਜਿਹੜੀ ਡੈਥ ਹੋ ਚੁੱਕੀ ਸੀ। 6 ਦਸੰਬਰ 1956 ਨੂੰ ਤੇ 7 ਤਰੀਕ ਯਾਨੀ ਅਗਲੇ ਦਿਨ ਦਾਦਰ ਚੌਪਾਈ ਬੰਬਈ ਵਿਖੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ, ਜਿਸ ਨੂੰ ਹੁਣ ਕਿਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ? ਚੈਤਿਆ ਭੂਮੀ ਦੇ ਨਾਂ ਨਾਲ ਜਾਣਿਆ ਜਾਂਦਾ। ਸੋ ਇਹ ਸੀ ਸਾਡੇ ਕੋਲ ਡਾਕਟਰ ਅੰਬੇਦਕਰ ਕੰਪੀਟੀਸ਼ਨ ਦੇ ਕੁਝ ਇੰਪੋਰਟੈਂਟ ਕੁਐਸਚਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਇੰਪੋਰਟੈਂਟ ਕੁਐਸਚਨ ਨੇ ਜਿਹੜੇ ਇਸ ਬੁੱਕ ਦੇ ਵਿੱਚ ਹੈਗੇ ਨੇ, ਤੇ ਉਹ ਇਹਨਾਂ ਬੁੱਕਾਂ ਦੇ ਵਿੱਚੋਂ ਮੈਂ ਹਾਈਲਾਈਟ ਕਰਕੇ ਤੁਹਾਨੂੰ ਕੁਝ ਇੰਪੋਰਟੈਂਟ ਕੁਐਸਚਨ ਦੇ ਬਾਰੇ ਜਿਹੜੀ ਵੀਡੀਓ ਨੈਕਸਟ ਅਸੀਂ ਬਣਾਵਾਂਗੇ। ਹੁਣ ਇਹ ਜਿਹੜੇ ਮੇਨ ਸਨ ਟਾਈਪ ਜਿਹੜੇ ਕੁਐਸਚਨ ਆ ਜਾਂਦੇ ਆ, ਇਹ ਉਹ ਸੀਗੇ। ਤੇ ਨੈਕਸਟ ਜਿਹੜੇ ਨੇ ਹੋਰ ਇੰਪੋਰਟੈਂਟ ਕੁਐਸਚਨ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲਣਗੇ ਨੈਕਸਟ ਵੀਡੀਓ ਦੇ ਵਿੱਚ। ਸੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ। ਐਂਡ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰ ਦਿਓ ਤਾਂ ਜੋ ਹੋਰ ਵੀ ਜਿਹੜੇ ਸਟੂਡੈਂਟ ਨੇ ਇਸ ਦੀ ਜਿਹੜੀ ਤਿਆਰੀ ਆਪਣੀ ਕਰ ਸਕਣ। ਸੋ ਜੁੜੇ ਰਹੋ ਜੀ ਫਿਰ ਜੈਸ ਸਟੂਡੈਂਟ ਦੇ ਨਾਲ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਵੈਰੀ ਮਚ।